ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 14 ਜੂਨ ਹੈ, ਦਿਨ ਮੰਗਲਵਾਰ ਹੈ। ਖਬਰਾਂ ਤੋਂ ਪਹਿਲਾਂ ਅਸੀਂ ਤੁਹਾਨੂੰ ਭਗਤੀ ਲਹਿਰ ਦੇ ਉਸਰਈਏ ਭਗਤ ਕਬੀਰ ਜੀ ਦੇ ਜਨਮ ਦਿਵਸ ਦੀ ਮੁਬਾਰਕਬਾਦ ਦਿੰਦੇ ਹਾਂ। कबीर रोड़ा होए रहो बाट का तजमन का अभिमान ऐसा कोई दास होए ताहे मिले भगवान। श्री गुरु ग्रंथ साहिब जी दे अंदर दर्ज भगत कबीर जी दी बाणी भी बाकी संतां महापुरुषां ते गुरुआं दे वांग रहिंदी दुनिया तक मनुखता नूं सिद्धे राहे पाउंदी रहेगी। भगत कबीर जी दी बाणी नूं तत्काली ब्राह्मणवादी व्यवस्था ते समकाल दे विच उन्हां दे रचे बीर रसी सूरा सो पहचानीए जो लरै दीन के हेत पुरजा पुरजा कट मरै कबहू ना छड्ड खेत राही समझिया जा सकदा है। बीर रस दे विच उन्हां दा रचिया इह शब्द बहुत ही मकबूल है ते इंसान नूं हर हालात दे विच इह बहुत ही बल बख्शदा है। भगत कबीर जी दे समय मध्यकाली समाजिक हालात दे विच भेदभाव दा वरतारा बहुत सी ਅਤੇ ਇਸ ਵਰਤਾਰੇ ਨੂੰ ਭਗਤ ਕਬੀਰ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ 224 ਸ਼ਬਦਾਂ ਅਤੇ 243 ਸ਼ਲੋਕਾਂ ਦੇ ਰਾਹੀਂ ਸਮਝਿਆ ਜਾ ਸਕਦਾ ਹੈ। ਭਗਤ ਕਬੀਰ ਜੀ ਦੀ ਬਾਣੀ ਜਿੱਥੇ ਲੋਕਾਂ ਨੂੰ ਇੱਕੋ ਅਕਾਲ ਪੁਰਖ ਦੇ ਨਾਲ ਜੁੜਨ ਦੀ ਮੱਤ ਦਿੰਦੀ ਹੈ, ਉੱਥੇ ਹੀ ਧਾਰਮਿਕ ਜਾਤੀਵਾਦ ਦੇ ਵਿੱਚ ਉਲਝੇ ਲੋਕਾਂ ਦੀ ਮਾਨਸਿਕਤਾ ਨੂੰ ਵੀ ਝੰਜੋੜ ਕੇ ਰੱਖਦੀ ਹੈ। ਜਦੋਂ ਭਗਤ ਕਬੀਰ ਜੀ ਲਿਖਦੇ ਨੇ, अव्वल अल्लाह नूर उपाया कुदरत के सब बंदे एक नूर ते सब जग उपजिया कौन भले को मंदे। लोड़ है भगत जी ਦੀ ਬਾਣੀ ਦੇ ਰਾਹ ਦੇ ਉੱਤੇ ਚੱਲਣ ਦੀ। ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੌਸਮ ਦਾ ਹਾਲ ਦੱਸਾਂਗੇ, ਕਿਉਂਕਿ ਆਪਾਂ ਸਾਰੇ ਗਰਮੀ ਦੇ ਨਾਲ ਤਪੇ ਪਏ ਆ। ਪੰਜਾਬ, ਹਰਿਆਣਾ ਕੀ ਦਿੱਲੀ ਤੇ ਚੰਡੀਗੜ੍ਹ ਸਾਰੇ ਲੋਕ ਗਰਮੀ ਦੇ ਨਾਲ ਝੁਲਸੇ ਪਏ ਨੇ ਤੇ ਰਾਹਤ ਭਰੀ ਖਬਰ ਇਹ ਹੈ ਕਿ ਅੱਜ ਤੋਂ ਤੇਜ਼ ਹਵਾਵਾਂ ਤੇ ਹਲਕਾ ਮੀਂਹ ਪੈਣ ਦੀ ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ। ਜੇਠ ਦਾ ਪੂਰਾ ਮਹੀਨਾ ਭੱਠ ਵਾਂਗੂ ਸਾਰਾ ਕੁਝ ਤਪਦਾ ਰਿਹਾ ਹੈ। ਮੱਧ ਜੂਨ ਤੱਕ ਇਸੇ ਤਰ੍ਹਾਂ ਹੀ ਤਪਦੀ ਗਰਮੀ ਤੇ ਉੱਤੋਂ ਬਿਜਲੀ ਦੇ ਕੱਟਾਂ ਨੇ ਲੋਕਾਂ ਨੂੰ ਬੇਹਾਲ ਕਰ ਰੱਖਿਆ ਸੀ। ਪਰ ਹੁਣ ਹਾੜ ਦਾ ਮਹੀਨਾ ਕੱਲ ਨੂੰ ਚੜ੍ਹਨਾ ਹੈ ਤੇ ਇਸ ਮਹੀਨੇ ਦੇ ਵਿੱਚ ਲੱਗਦਾ ਹੈ ਕਿ ਮੀਂਹ ਪਊਗਾ ਤੇ ਰਾਹਤ ਲੋਕਾਂ ਨੂੰ ਜ਼ਰੂਰ ਮਿਲੇਗੀ। ਲੂ ਜਿਹੜੀ ਚੱਲਦੀ ਹੈ ਉਹ ਤੋਂ ਛੁਟਕਾਰਾ ਮਿਲੂਗਾ। ਪੰਜਾਬ ਦੇ ਵਿੱਚ ਕੱਲ ਹਵਾ ਵੀ ਚੱਲਦੀ ਰਹੀ, ਪਰ ਪਾਰਾ ਵੀ ਚੜ੍ਹਿਆ ਰਿਹਾ, ਲੂ ਵੀ ਚੱਲਦੀ ਰਹੀ। ਬਿਜਲੀ ਦੇ ਕੱਟਾਂ ਕਾਰਨ ਲੋਕ ਪਰੇਸ਼ਾਨ ਹੋਏ ਨੇ, ਉਹ ਤਾਂ ਦੱਸਣ ਦੀ ਲੋੜ ਹੀ ਨਹੀਂ। ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਬੁਲੇਟਿਨ ਦੇ ਮੁਤਾਬਿਕ ਪੰਜਾਬ ਦੇ ਵਿੱਚ ਅੱਜ ਤੋਂ ਮੌਸਮ ਦੇ ਵਿੱਚ ਬਦਲਾਅ ਆਊਗਾ। ਬਹੁਤੇ ਹਿੱਸਿਆਂ ਵਿੱਚ ਬੱਦਲ ਛਾਏ ਰਹਿਣਗੇ, ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। 15 ਜੂਨ ਨੂੰ ਮਾਲਵਾ, ਮਾਝਾ ਤੇ ਦੁਆਬੇ ਦੇ ਕੁਝ ਇਲਾਕਿਆਂ ਦੇ ਵਿੱਚ ਯਾਨੀ ਕਿ ਕੱਲ ਨੂੰ ਹਨੇਰੀ ਆ ਸਕਦੀ ਹੈ ਤੇ 16 ਜੂਨ ਨੂੰ ਕਈ ਜ਼ਿਲ੍ਹਿਆਂ ਦੇ ਵਿੱਚ ਪਰਸੋਂ ਨੂੰ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਸ਼ੂਟਰ ਸੰਤੋਸ਼ ਯਾਦਵ ਤੇ ਉਸਦੇ ਸਾਥੀ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦੋਵੇਂ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਿਤ ਨੇ। ਮਹਾਰਾਸ਼ਟਰ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਦਾ ਸ਼ੱਕ ਹੈ ਤੇ ਹੁਣ ਪੰਜਾਬ ਪੁਲਿਸ ਦੇ ਮੂਹਰੇ ਚੈਲੰਜ ਹੈ ਕਿ ਉਸਨੇ ਯਾਦਵ ਨੂੰ ਪੰਜਾਬ ਕਿਵੇਂ ਲੈ ਕੇ ਆਉਣਾ ਹੈ ਪੁੱਛ ਪੜਤਾਲ ਦੇ ਲਈ। ਪੂਰੀ ਖਬਰ ਤੁਹਾਨੂੰ ਦੱਸਦੇ ਹਾਂ ਕਿ ਇਹਨਾਂ ਨੂੰ ਕਿਵੇਂ ਤੇ ਕਿੱਥੋਂ ਫੜਿਆ ਗਿਆ। ਮਹਾਰਾਸ਼ਟਰ ਦੀ ਪੁਲਿਸ ਨੇ ਕਤਲ ਮਾਮਲੇ ਦੇ ਵਿੱਚ ਕਥਿਤ ਦੋਸ਼ੀ ਸ਼ੂਟਰ ਸੰਤੋਸ਼ ਯਾਦਵ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਣੇ ਦੀ ਦਿਹਾਤੀ ਪੁਲਿਸ ਨੇ ਯਾਦਵ ਦੇ ਇੱਕ ਸਾਥੀ ਨਵਨਾਥ ਸੂਰਿਆਵੰਸ਼ੀ ਨੂੰ ਵੀ ਗ੍ਰਿਫਤਾਰ ਕੀਤਾ, ਜੋ ਮੂਸੇਵਾਲਾ ਕਤਲकांड ਦੇ ਵਿੱਚ ਸ਼ੱਕੀ ਹੈ। ਲਾਰੈਂਸ ਬਿਸ਼ਨੋਈ ਗਰੋਹ ਦੇ ਮੈਂਬਰ ਯਾਦਵ ਤੇ ਸੂਰਿਆਵੰਸ਼ੀ ਨੂੰ ਪੁਣੇ ਜ਼ਿਲ੍ਹੇ ਦੇ ਮੰਚਰ ਥਾਣੇ ਦੇ ਵਿੱਚ 2021 ਵਿੱਚ ਦਰਜ ਕਤਲ ਦੇ ਇੱਕ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਣੇ ਪੁਲਿਸ ਦੀ ਇੱਕ ਟੀਮ ਨੇ ਗੁਜਰਾਤ ਦੇ ਭੁਜ ਤੋਂ ਦੋਵਾਂ ਨੂੰ ਐਤਵਾਰ ਨੂੰ गिरफ्तार किया। हालांकि दोवां दी गिरफ्तारी दी सूचना सोमवार नूं जनतक कीती गई। महाराष्ट्र पुलिस ने भावें इन्हां दोवां नूं शक्कियां दे वजों गिरफ्तार किया है, पर पंजाब पुलिस ने दोवां नूं पंजाब लिआउण दीआं तैयारियां शुरू कर दित्तियां ने। एडीजीपी पंजाब दे लॉ एंड ऑर्डर ईश्वर सिंह इस संबंधी महाराष्ट्र पुलिस नाल गलबात करन लई उत्थे पहुंच भी गए ने। इस दी जानकारी महाराष्ट्र दे एडीजीपी कुलवंत सारंग ने प्रेस कॉन्फ्रेंस करके दित्ती। उन्हां कहा कि पंजाब च होए इस कतलकांड तो बाद संतोष यादव ते सौरभ महाकाल दा जिक्र जदों मीडिया विच होया तां महाराष्ट्र पुलिस ने इन्हां दी भाल तेजी दे नाल शुरू कर दित्ती, क्योंकि संतोष यादव ਤਾਂ ਪਹਿਲਾਂ ਤੋਂ ਹੀ ਮਹਾਰਾਸ਼ਟਰ ਪੁਲਿਸ ਨੂੰ ਲੋੜੀਂਦਾ ਸੀ। ਉਸ ਤੇ 2021 ਵਿੱਚ ਮਕੋਕਾ ਦਾ ਮਾਮਲਾ ਦਰਜ ਹੋਇਆ ਸੀ, 1 ਸਾਲ ਤੋਂ ਫਰਾਰ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਸੌਰਵ ਮਹਾਕਾਲ, ਜਿਸ ਦਾ ਅਸਲੀ ਨਾਮ ਸੁਦੇਸ਼ ਕਾਂਬਲੇ ਹੈ, ਉਸ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਸ ਤੋਂ ਮਿਲੀ ਜਾਣਕਾਰੀ ਨੂੰ ਆਧਾਰ ਬਣਾ ਕੇ ਹੀ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ। ਗੁਪਤ ਸੂਚਨਾ ਦੇ ਆਧਾਰ ਤੇ ਵੱਖ-ਵੱਖ ਟੀਮਾਂ ਬਣਾ ਕੇ ਦਿੱਲੀ, ਰਾਜਸਥਾਨ ਤੇ ਗੁਜਰਾਤ ਭੇਜਿਆ ਗਿਆ ਤੇ ਆਖਿਰਕਾਰ ਗੁਜਰਾਤ ਗਈ ਟੀਮ ਨੇ ਸੰਤੋਸ਼ ਯਾਦਵ ਅਤੇ ਉਸਦੇ ਸਾਥੀ ਨਵਨਾਥ ਸੂਰਿਆਵੰਸ਼ੀ ਨੂੰ ਕੱਛ
गुजरात तो गिरफ्तार कर लिया। पुलिस ने इन्हां नूं कल रात ही गिरफ्तार करके मैजिस्ट्रेट सामने पेश कर दिता सी। 20 जून तक दा रिमांड भी ले लिया। हुण जिवें-जिवें इन्हां तो पुछगिछ होएगी उसे तरह जांच अगे वधेगी। पर हुण वड्डा सवाल यह है कि पंजाब पुलिस नूं इन्हां नूं सौंपिया जावेगा जां फिर नहीं, क्योंकि पंजाब पुलिस ने इन्हां नूं पंजाब लिया के पुछगिछ करनी है। जे पंजाब पुलिस की जांच की गल कर लईए तां इस मामले की जांच कर रही सिट दे हत्थ पल्ले हाले कुछ भी नहीं आया। पुलिस कोल ना तां कातलां दी गिणती दे संबंध विच कोई सही जानकारी है, ना ही हमले विच वरते गए हथियारां दा कुछ पता लग्या है, ना ही शार्प शूटरां दी पछाण बारे कोई पुख्ता जानकारी मिल सकी है। पुलिस लगातार यही कह रही है कि मामले की जांच बड़ी तेजी दे नाल हो रही है ते जल्द ही इस बारे खुलासा किया जाएगा। ते शुभदीप सिंह सिद्धू मूसेवाले दे कतल होए नूं पूरे 15 दिन हो चुके ने। प्रशंसकां दे विच हाले भी उसे तरह सोग दा माहौल बनया होया है अते सिद्धू मूसेवाले दे पिंड मूसा दे विच उन्हां दे मापियां दा दुख वंडाउण दे लई हाले भी लोक वड्डी गिणती विच उत्थे पहुंच रहे ने। मूसा पिंड दे विच जिथे सिद्धू मूसेवाले दे खेतां विच उसदा अंतिम संस्कार कीता गया सी, उत्थे भी आउंदे जांदे लोक खड़दे ने अते सिद्धू मूसेवाले दी यादगार ते जाके तस्वीरां खिचवाउंदे ने। हालांकि मापियां दे वल्लों उत्थे खास जरूरी सूचना वाला पोस्टर लाया होया है जिस ते अपील कीती गई है कि इत्थे कोई भी पैसिਆਂ ਦਾ ਮੱਥਾ ਨਾ ਟੇਕੇ। अमरीका ਦੇ ਵਿੱਚ मूसेवाले ਦੇ ਜਨਮ ਦਿਨ ਮੌਕੇ ਸਿੱਧੂ मूसेवाले ਦੇ ਫੈਨਸ ਨੇ ਟਾਈਮ ਸਕੁਅਰਸ ਤੇ ਇਕੱਠੇ ਹੋ ਕੇ मूसेवाले ਨੂੰ ਸ਼ਰਧਾਂਜਲੀ ਦਿੱਤੀ। ਮਰਹੂਮ ਪੰਜਾਬੀ ਗਾਇਕ ਦੇ ਵੀਡੀਓ ਅਤੇ ਗੀਤ ਨਿਊਯਾਰਕ ਸਿਟੀ ਦੇ ਟਾਈਮ ਸਕੁਅਰ ਸਥਿਤ ਨੈਸਡੈਕ ਮਾਰਕੀਟ ਸਾਈਟ ਦੇ ਦਫ਼ਤਰ ਦੇ ਬਾਹਰ ਸੋਸ਼ਲ ਮੀਡੀਆ ਤੇ ਚਲਾਏ ਗਏ। ਇਸ ਮੌਕੇ ਉਸਦੇ ਹਜ਼ਾਰਾਂ ਫੈਨਸ ਇਕੱਠੇ ਹੋ ਕੇ ਗਾਉਂਦੇ ਤੇ ਨੱਚਦੇ ਵੀ ਦੇਖੇ ਗਏ। ਲੋਕਾਂ ਦੇ ਵੱਲੋਂ ਜਸਟਿਸ ਫॉर ਸਿੱਧੂ मूसेवाला ਹੈਸ਼ਟੈਗ ਲਗਾਤਾਰ ਚਲਾਇਆ ਜਾ ਰਿਹਾ ਹੈ। ਤੇ ਇਸੇ ਕਤਲकांड ਦੇ ਨਾਲ ਜੁੜੀ ਹੋਈ ਖਬਰ ਮਾਨਸਾ ਤੋਂ ਤੁਹਾਨੂੰ ਦੱਸਦੇ ਹਾਂ, ਜਿੱਥੇ ਲੋਕ ਸਹਿਮੇ ਪਏ ਨੇ ਕਿਉਂਕਿ ਇੱਥੇ ਲਾਰੈਂਸ ਬਿਸ਼ਨੋਈ ਦੇ ਨਾਮ ਤੇ ਲੋਕਾਂ ਤੋਂ ਧੜਾ ਧੜ ਫਿਰੌਤੀਆਂ ਮੰਗੀਆਂ ਗਈਆਂ ਨੇ। ਸ਼ਹਿਰ ਦੇ 1.5 ਦਰਜਨ ਤੋਂ ਵੱਧ ਵਪਾਰੀਆਂ ਤੋਂ ਲਾਰੈਂਸ ਬਿਸ਼ਨੋਈ ਦੇ ਨਾਮ ਤੇ ਫੋਨ ਰਾਹੀਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਨੇ। ਲੋਕ ਇੰਨੇ ਜ਼ਿਆਦਾ ਸਹਿਮੇ ਹੋਏ ਨੇ ਕਿ ਉਹਨਾਂ ਨੇ ਮਾਨਸਾ ਦੇ ਲక్ష్ਮੀ ਨਾਰਾਇਣ ਮੰਦਿਰ ਦੇ ਵਿੱਚ ਕੱਲ ਸ਼ਾਮ ਇਕੱਠੇ ਹੋ ਕੇ ਪੰਜਾਬ ਸਰਕਾਰ ਤੋਂ ਆਪਣੀ ਹਿਫਾਜ਼ਤ ਦੀ ਮੰਗ ਕੀਤੀ ਹੈ। ਇਸ ਦੌਰਾਨ ਮਾਨਸਾ ਦੇ ਐਸਐਸਪੀ ਗੌਰਵ ਤੂਰਾ ਇਹਨਾਂ ਲੋਕਾਂ ਦੇ ਕੋਲ ਪਹੁੰਚੇ ਅਤੇ ਲੋਕਾਂ ਦੀ ਹਰ ਤਰ੍ਹਾਂ ਨਾਲ ਰਾਖੀ ਕਰਨ ਦਾ ਭਰੋਸਾ ਦਿੱਤਾ ਹੈ। ਐਸਐਸਪੀ ਨੇ ਦਾਅਵਾ ਕੀਤਾ ਹੈ ਕਿ ਝਾਰਖੰਡ ਦੇ ਇੱਕ ਤੇ ਕਰਨਾਟਕ ਦੇ 2 ਵਿਅਕਤੀਆਂ ਦੀ ਫਿਰੌਤੀਆਂ ਮੰਗਣ ਵਾਲਿਆਂ ਵਜੋਂ ਪਛਾਣ ਹੋਈ ਹੈ। ਹੋ ਸਕਦਾ ਹੈ ਕਿ ਇਹ ਇਸ ਮਾਹੌਲ ਦਾ ਫਾਇਦਾ ਵੀ ਉਠਾ ਰਹੇ ਹੋਣ, ਇਹ ਵੀ ਹੋ ਸਕਦਾ ਹੈ ਕਿ ਗੈਂਗ ਦੇ ਮੈਂਬਰ ਹੋਣ, ਇਹ ਵੀ ਹੋ ਸਕਦਾ ਹੈ ਕਿ ਉੱਦਾਂ ਕੋਈ ਲੁਟੇਰੇ ਹੋਣ। ਤੇ ਐਸਐਸਪੀ ਗੌਰਵ ਤੂਰਾ ਨੇ ਮਾਨਸਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਵੀ ਕਿਸੇ ਨੂੰ ਕੋਈ ਅਜਿਹਾ ਮੈਸੇਜ ਫੋਨ ਜ਼ਰੀਏ ਜਾਂ ਮੇਲ ਜਾਂ ਚਿੱਠੀ ਪੱਤਰ ਰਾਹੀਂ ਮਿਲਦਾ ਹੈ ਤਾਂ ਜਿੰਨੀ ਛੇਤੀ ਹੋ ਸਕੇ ਤੁਸੀਂ ਸਾਨੂੰ ਜਾਣਕਾਰੀ ਦਿਓ। ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਸ਼ਹਿਰ ਦੇ ਵਪਾਰੀਆਂ ਤੋਂ 2 ਲੱਖ 5 ਲੱਖ 70 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਹੈ। ਹੋ ਸਕਦਾ ਹੈ ਕਿ ਲੋਕ ਜਾਣਬੁੱਝ ਕੇ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋਣ। ਇਸ ਮਾਮਲੇ ਦੇ ਵਿੱਚ ਜਾਨ ਮਾਲ ਦਾ ਮਸਲਾ ਹੋਣ ਕਰਕੇ ਕੁਝ ਵਪਾਰੀ ਆਪਣਾ ਨਾਮ ਦੱਸਣ ਤੋਂ ਵੀ ਝਿਜਕ ਰਹੇ ਨੇ ਕਿ ਕਿਸ ਨੂੰ ਇਹ ਜਿਹੜੀ ਧਮਕੀ ਮਿਲੀ ਹੈ। ਹਾਲਾਂਕਿ 1-2 ਵਪਾਰੀਆਂ ਨੇ ਇਸ ਦਾ ਖੁਲਾਸਾ ਵੀ ਕੀਤਾ ਹੈ। ਸੋ ਪੰਜਾਬ ਪੁਲਿਸ ਖਾਸ ਕਰਕੇ ਮਾਨਸਾ ਪੁਲਿਸ ਦੇ ਲਈ ਵੀ ਇਹ ਵੱਡਾ ਚੈਲੰਜ ਹੈ ਕਿ ਸ਼ਹਿਰ ਦੇ ਵਿੱਚ ਕੋਈ ਹੋਰ ਅਜਿਹੀ ਵਾਰਦਾਤ ਨਾ ਵਾਪਰੇ। ਫਿਰੌਤੀ ਮੰਗਣ ਵਾਲਿਆਂ ਨੂੰ ਪਹਿਲਾਂ ਹੀ ਕਾਬੂ ਕਰਨ ਦੀ ਲੋੜ ਹੈ। ਡਾਲਰ ਦੇ ਮੁਕਾਬਲੇ ਰੁਪਈਆ ਫਿਰ ਤੋਂ ਮੁੱਦੇ ਮੂੰਹ ਡਿੱਗਿਆ ਹੈ। ਹੁਣ ਤੱਕ ਦੇ ਰਿਕਾਰਡ ਹੇਠਲੇ ਪੱਧਰ ਤੇ ਪਹੁੰਚ ਗਿਆ ਹੈ। ਇੰਨਾ ਥੱਲੇ ਰੁਪਈਆ ਡਾਲਰ ਦੇ ਮੁਕਾਬਲੇ ਕਦੇ ਨਹੀਂ ਪਹੁੰਚਿਆ ਸੀ। ਰੁਪਈਆ 11 ਪੈਸੇ ਟੁੱਟ ਕੇ ਕੱਲ 1 ਡਾਲਰ ਦੇ ਮੁਕਾਬਲੇ 78 ਰੁਪਏ 4 ਪੈਸਿਆਂ ਦਾ ਹੋ ਗਿਆ। ਘਰੇਲੂ ਸ਼ੇਅਰ ਬਾਜ਼ਾਰ ਦੇ ਕਮਜ਼ੋਰ ਹੋਣ ਤੇ ਵਿਦੇਸ਼ਾਂ ਦੇ ਵਿੱਚ ਡਾਲਰ ਦੇ ਮਜ਼ਬੂਤ ਹੋਣ ਕਰਕੇ ਨਿਵੇਸ਼ਕਾਂ ਨੇ ਵੀ ਹੱਥ ਪਿੱਛੇ ਖਿੱਚ ਲਏ ਨੇ, ਜੋ ਰੁਪਈਏ ਦੇ ਵਿੱਚ ਨਿਘਾਰ ਦਾ ਮੁੱਖ ਕਾਰਨ ਬਣ ਰਹੇ ਨੇ। ਤੇ ਰੁਪਈਆ ਡਿੱਗਣ ਨਾਲ ਜਿੱਥੇ ਦੇਸ਼ ਵਿਦੇਸ਼ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਪਹਿਲਾਂ ਦੇ ਮੁਕਾਬਲੇ ਵੱਧ ਫੀਸਾਂ ਤਾਰਨੀਆਂ ਪੈਣਗੀਆਂ, ਉੱਥੇ ਹੀ ਦਰਾਮਦ ਹੋਣ ਵਾਲੀਆਂ ਵਸਤੂਆਂ ਦੇ ਲਈ ਵੱਧ ਵਿਦੇਸ਼ੀ ਕਰੰਸੀ ਦੀ ਅਦਾਇਗੀ ਦਾ ਬੋਝ ਵੀ ਕਿਸੇ ਨਾ ਕਿਸੇ ਰੂਪ 'ਚ ਆਮ ਲੋਕਾਂ ਨੂੰ ਹੀ ਝੱਲਣਾ ਪੈ ਸਕਦਾ ਹੈ। ਹਾਲਾਂਕਿ ਇਸ ਦਰਮਿਆਨ ਇੱਕ ਰਾਹਤ ਵਾਲੀ ਖਬਰ ਥੋੜੀ ਜਿਹੀ ਆਈ ਹੈ ਕਿ ਪਰਚੂਨ ਮਹਿੰਗਾਈ ਨੂੰ ਸਾਹ ਆਇਆ ਹੈ। ਪਰਚੂਨ ਮਹਿੰਗਾਈ ਮਈ ਮਹੀਨੇ ਘਟ ਕੇ 7.4% ਦੀ ਰਹਿ ਗਈ ਹੈ। ਅਗਸਤ ਦੇ ਵਿੱਚ ਵਿਆਜ ਦਰਾਂ ਵਧਣ ਦੀ ਸੰਭਾਵਨਾ ਵੀ ਬਣ ਗਈ ਹੈ। ਪੰਜਾਬ ਦੇ ਵਿੱਚ ਅੱਜ ਤੋਂ ਜ਼ੋਨ ਵਾਈਜ਼ ਝੋਨੇ ਦੀ ਲੁਆਈ ਸ਼ੁਰੂ ਹੋਵੇਗੀ। ਪਹਿਲੇ ਗੇੜ ਦੇ ਵਿੱਚ ਮਾਝੇ ਤੇ ਦੁਆਬੇ ਦੇ ਜ਼ਿਲ੍ਹਿਆਂ ਦੇ ਵਿੱਚ ਲੁਆਈ ਸ਼ੁਰੂ ਹੋਏਗੀ ਤੇ ਮਾਲਵੇ ਦੇ ਵਿੱਚ 17 ਜੂਨ ਤੋਂ ਝੋਨਾ ਲੱਗੂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਨਾਲ ਹੀ ਦੱਸਿਆ ਹੈ ਕਿ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਹੈ ਜਿਹੜੀ ਉਹ ਨਿਰਵਿਘਨ ਚਾਲੂ ਕਰ ਦਿੱਤੀ ਗਈ ਹੈ। ਹਾਲਾਂਕਿ ਕੌਮਾਂਤਰੀ ਸਰਹੱਦ ਲਾਗੇ ਕੰਡਿਆਲੀ ਤਾਰ ਤੋਂ ਪਾਰ 10 ਜੂਨ ਤੋਂ ਝੋਨੇ ਦੀ ਲੁਆਈ ਚੱਲ ਰਹੀ ਹੈ ਤੇ ਮਾਝੇ ਤੇ ਦੁਆਬੇ ਦੇ ਜ਼ਿਲ੍ਹਿਆਂ ਦੇ ਵਿੱਚ ਅੱਜ ਇਹ ਜਿਹੜੀ ਲੁਆਈ ਸ਼ੁਰੂ ਹੋਣੀ ਹੈ। ਹੁਸ਼ਿਆਰਪੁਰ, ਜਲੰਧਰ, SBS ਨਗਰ, ਕਪੂਰਥਲਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਰੂਪਨਗਰ ਅਤੇ SAS ਨਗਰ, ਮੋਹਾਲੀ ਦੇ ਵਿੱਚ ਲੁਆਈ ਸ਼ੁਰੂ ਹੋਣੀ ਹੈ ਤੇ 17 ਜੂਨ ਨੂੰ ਮਾਲਵੇ ਦੇ ਜਿਹੜੇ ਸਾਰੇ ਜ਼ਿਲ੍ਹੇ ਹੈਗੇ ਨੇ ਉੱਥੇ ਝੋਨੇ ਦੀ ਲੁਆਈ ਸ਼ੁਰੂ ਹੋਣ ਦੀ ਸਰਕਾਰ ਨੇ ਇਜਾਜ਼ਤ ਦਿੱਤੀ ਹੈ।
ਹਾਲਾਂਕਿ ਇੱਥੇ ਕਈ ਥਾਵਾਂ ਤੇ ਮਾਲਵੇ ਦੇ ਜਿਹੜੇ ਕਿਸਾਨ ਨੇ ਉਹਨਾਂ ਨੇ ਬਿਜਾਈ ਸ਼ੁਰੂ ਵੀ ਕਰ ਦਿੱਤੀ ਹੈ ਤੇ ਟਕਰਾਅ ਵਾਲਾ ਮਾਹੌਲ ਕਿਤੇ ਨਾ ਕਿਤੇ ਬਣ ਗਿਆ, ਕਿਉਂਕਿ ਖੇਤੀਬਾੜੀ ਮਹਿਕਮੇ ਨੇ ਕਹਿ ਦਿੱਤਾ ਸੀ, ਮਾਨਸਾ ਦੇ ਨੇ, ਕਿ ਜਿਹੜਾ ਵੀ ਮਿੱਥੀ ਤਰੀਕ ਤੋਂ 17 ਤੋਂ ਪਹਿਲਾਂ ਝੋਨਾ ਲਾਵੇਗਾ ਉਸ ਦਾ ਝੋਨਾ ਅਸੀਂ ਜਾ ਕੇ ਵਾਵਾਂਗੇ। ਤੇ ਕਿਸਾਨਾਂ ਨੇ ਕਿਹਾ ਸੀ ਕਿ ਤੁਸੀਂ ਆਇਓ, ਅਸੀਂ ਤੁਹਾਡਾ ਸਵਾਗਤ ਕਰਾਂਗੇ। ਪੰਜਾਬ ਸਰਕਾਰ ਨੇ ਕੱਲ 10 ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ ਵੀ ਕੀਤੀਆਂ ਨੇ, ਜਿਨ੍ਹਾਂ ਵਿੱਚ 3 IPS ਤੇ 7 PPS ਅਧਿਕਾਰੀ ਸ਼ਾਮਲ ਨੇ। ਪੰਜਾਬ ਸਰਕਾਰ ਨੇ ਇੱਕ ਨਵੇਂ ਯੋਜਨਾ ਬੋਰਡ ਦਾ ਗਠਨ ਵੀ ਕਰ ਦਿੱਤਾ ਹੈ। ਇਕਨੋਮਿਕ ਪਾਲਿਸੀ ਐਂਡ ਪਲਾਨਿੰਗ ਬੋਰਡ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜੋ ਪੁਰਾਣੇ ਪੰਜਾਬ ਰਾਜ ਯੋਜਨਾ ਬੋਰਡ ਦੀ ਥਾਂ ਲਵੇਗਾ, ਜਿਸ ਨੂੰ ਕਿ ਪਿਛਲੇ ਸਮੇਂ ਦੇ ਵਿੱਚ ਭੰਗ ਕੀਤਾ ਗਿਆ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਹੀ ਇਸ ਨੂੰ ਭੰਗ ਕੀਤਾ ਗਿਆ ਸੀ। ਸਰਕਾਰ ਨੇ ਯੋਜਨਾ ਬੋਰਡ ਦੇ ਨਾਮ ਵਿੱਚ ਤਬਦੀਲੀ ਕਰ ਦਿੱਤੀ ਹੈ। ਨਵੇਂ ਨੋਟੀਫਿਕੇਸ਼ਨ ਦੇ ਵਿੱਚ ਇਕਨੋਮਿਕ ਪਾਲਿਸੀ ਐਂਡ ਪਲਾਨਿੰਗ ਬੋਰਡ ਦੀ ਬਣਤਰ ਤੇ ਕੰਮਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਪੰਜਾਬ ਇਸ ਵਕਤ ਵੱਡੇ ਵਿੱਤੀ ਸੰਕਟ ਵਿੱਚੋਂ ਲੰਘ ਰਿਹਾ ਹੈ ਤੇ ਉਹਦੇ ਲਈ ਯੋਜਨਾਬੱਧ ਨਵਾਂ ਰਾਹ ਦਿਖਾਉਣ ਵਾਲੀ ਵਿੱਤੀ ਪਲੈਨਿੰਗ ਦੀ ਲੋੜ ਹੈ। ਇਸ ਬੋਰਡ ਦੇ ਚੇਅਰਮੈਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਹੋਣਗੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬੋਰਡ ਦੇ ਵਾਈਸ ਚੇਅਰਮੈਨ ਹੋਣਗੇ। ਗੈਰ ਸਰਕਾਰੀ ਮਾਹਿਰਾਂ ਦੇ ਵਿੱਚੋਂ 3 ਵਾਈਸ ਚੇਅਰਮੈਨ ਬਣਾਏ ਜਾਣਗੇ। ਪੰਜਾਬ ਦੇ ਸਾਰੇ ਵਜ਼ੀਰ ਤੇ ਪੰਜਾਬ ਰਾਜ ਦੇ ਸਾਰੇ ਸੰਸਦ ਮੈਂਬਰ ਪਲੈਨਿੰਗ ਬੋਰਡ ਦੇ ਮੈਂਬਰ ਹੋਣਗੇ। ਇਸੇ ਤਰ੍ਹਾਂ ਮੁੱਖ ਸਕੱਤਰ ਪੰਜਾਬ, ਪ੍ਰਮੁੱਖ ਸਕੱਤਰ ਵਿੱਤ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵੀ ਬੋਰਡ ਦੇ ਮੈਂਬਰ ਹੋਣਗੇ। ਸਕੱਤਰ ਪਲੈਨਿੰਗ ਇਸ ਬੋਰਡ ਦੇ ਮੈਂਬਰ ਸਕੱਤਰ ਹੋਣਗੇ ਅਤੇ ਯੋਜਨਾ ਬੋਰਡ ਰਾਜ ਦੇ ਸੂਬੇ ਦੇ ਸਮਾਜਿਕ ਤੇ ਆਰਥਿਕ ਵਿਕਾਸ ਲਈ ਨਵੀਆਂ ਨੀਤੀਆਂ ਬਣਾਏਗਾ। ਪੁਰਾਣੀਆਂ ਨੀਤੀਆਂ ਵਿੱਚ ਸੋਧਾਂ ਵੀ ਕਰਨ ਦਾ ਹੱਕ ਹੋਏਗਾ। ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਸਾਰੇ ਆਪੋ ਆਪਣੇ ਪੱਧਰ ਤੇ ਡਟੇ ਹੋਏ ਨੇ। ਹਰ ਕੋਈ ਆਪਣੀ ਜਿੱਤ ਦਾ ਦਾਅਵਾ ਕਰ ਰਿਹਾ ਹੈ। ਸਿਮਰਨਜੀਤ ਸਿੰਘ ਮਾਨ ਵੀ ਮੈਦਾਨ ਦੇ ਵਿੱਚ ਡਟੇ ਨੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਧੜਾਧੜ ਪ੍ਰਚਾਰ ਕੀਤਾ ਜਾ ਰਿਹਾ ਹੈ। ਬੀਜੇਪੀ ਵਾਲੇ ਜਾਂ ਫਿਰ ਕਾਂਗਰਸ ਅਤੇ ਅਕਾਲੀ ਦਲ ਵੀ ਪਿੱਛੇ ਨਹੀਂ ਹਨ। ਸਾਰਿਆਂ ਨੇ ਇਸ ਤਪਦੀ ਗਰਮੀ ਦੇ ਵਿੱਚ ਸੰਗਰੂਰ ਹਲਕੇ ਦੇ ਵਿੱਚ ਡੇਰਾ ਲਾ ਰੱਖਿਆ ਹੈ। ਉਂਝ ਇੰਨੀ ਤਿੱਖੀ ਗਰਮੀ ਹੋਵੇ ਤੇ ਸਿਆਸਤਦਾਨ ਬਾਹਰ ਜਾ ਕੇ ਲੋਕਾਂ ਨੂੰ ਮਿਲਣ, ਇਹ ਤਾਂ ਕਦੇ ਹੋ ਨਹੀਂ ਸਕਦਾ, ਪਰ ਹੁਣ ਜਦੋਂ ਵੋਟਾਂ ਚਾਹੀਦੀਆਂ ਨੇ ਤਾਂ ਸਾਰਿਆਂ ਨੂੰ ਨਿਕਲਣਾ ਪੈ ਹੀ ਰਿਹਾ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਇਤਿਹਾਸਿਕ ਜਲਿਆਂਵਾਲੇ ਬਾਗ ਵਿੱਚ ਦਾਖਲੇ ਲਈ ਟਿਕਟ ਲੱਗ ਸਕਦੀ ਹੈ। ਇਹ ਖਦਸ਼ਾ ਕਿਉਂ ਬਣਿਆ? ਕਿਉਂਕਿ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ। ਜਲਿਆਂਵਾਲਾ ਬਾਗ ਦੇ ਪ੍ਰਵੇਸ਼ ਦੁਆਰ ਕੋਲ ਬਣੇ ਇਮਾਰਤੀ ਹਿੱਸੇ ਵਿੱਚ ਖਿੜਕੀਆਂ ਤੇ ਸ਼ੀਸ਼ੇ ਲਾ ਦਿੱਤੇ ਗਏ ਨੇ, ਜੋ ਕਿ ਟਿਕਟ ਖਿੜਕੀ ਵਾਂਗ ਹੀ ਜਾਪਦੇ ਨੇ। ਇਹਨਾਂ ਵਿੱਚ ਟਿਕਟਾਂ ਲੈਣ ਵਾਂਗ ਜਗ੍ਹਾ ਵੀ ਛੱਡੀ ਗਈ ਹੈ। ਇਹਨਾਂ ਟਿਕਟ ਖਿੜਕੀਆਂ ਦੇ ਕੋਲ ਹੀ ਸਵੈ ਚਾਲਿਤ ਬੈਰੀਅਰ ਵੀ ਰੱਖੇ ਗਏ ਨੇ, ਜੋ ਕਿ ਇਹ ਸੰਕੇਤ ਦੇ ਰਹੇ ਨੇ ਕਿ ਇੱਥੇ ਭਵਿੱਖ ਵਿੱਚ ਦਾਖਲਾ ਟਿਕਟ ਲਾਉਣ ਦੀ ਤਿਆਰੀ ਹਾਕਮਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਖਦਸ਼ਾ ਪ੍ਰਗਟਾਉਂਦਿਆਂ ਜਲਿਆਂਵਾਲਾ ਬਾਗ ਫਰੀडम ਫਾਈਟਰਸ ਫਾਊਂਡੇਸ਼ਨ ਦੇ ਪ੍ਰਧਾਨ ਸੁਨੀਲ ਕਪੂਰ ਨੇ ਕਿਹਾ ਕਿ ਸਰਕਾਰ ਸ਼ਹੀਦੀ ਸਮਾਰਕ ਦੇ ਵਿੱਚ ਨਿੱਜੀ ਜਨਤਕ ਭਾਈਵਾਲੀ ਮਾਡਲ ਦੇ ਆਧਾਰ ਤੇ ਦਾਖਲਾ ਟਿਕਟ ਲਾਉਣਾ ਚਾਹੁੰਦੀ ਹੈ ਤੇ ਸ਼ਹੀਦਾਂ ਦਾ ਮੁੱਲ ਵੱਟਣਾ ਚਾਹੁੰਦੀ ਹੈ। ਪਰ ਉਹਨਾਂ ਨੇ ਚੈਲੰਜ ਕੀਤਾ ਕਿ ਸ਼ਹੀਦ ਪਰਿਵਾਰਾਂ ਦੀ ਜਥੇਬੰਦੀ ਸਰਕਾਰ ਦੀ ਇਸ ਯੋਜਨਾ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਵੇਗੀ। ਉਹਨਾਂ ਦੋਸ਼ ਲਾਇਆ ਕਿ ਸਰਕਾਰ ਪਹਿਲਾਂ ਹੀ ਇਤਿਹਾਸਕ ਸ਼ਹੀਦੀ ਸਮਾਰਕ ਦੀ ਸਾਂਭ ਸੰਭਾਲ ਤੇ ਮੁਰੰਮਤ ਦੇ ਨਾਂ ਹੇਠ ਇੱਥੋਂ ਦੀ ਪੁਰਾਤਨਤਾ ਦੇ ਨਾਲ ਛੇੜਛਾੜ ਕਰ ਚੁੱਕੀ ਹੈ, ਇਮਾਰਤ ਦੇ ਨਾਲ ਛੇੜਛਾੜ ਕਰ ਚੁੱਕੀ ਹੈ ਤੇ ਹੁਣ ਦਾਖਲਾ ਟਿਕਟ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਰ ਅਸੀਂ ਪੂਰੀ ਤਰ੍ਹਾਂ ਨਾਲ ਤਿਆਰ ਹਾਂ। ਸਰਕਾਰ ਜੇ ਅਜਿਹਾ ਕੋਈ ਵੀ ਕਦਮ ਚੁੱਕਦੀ ਹੈ ਤਾਂ ਅਸੀਂ ਤਿੱਖਾ ਵਿਰੋਧ ਕਰਾਂਗੇ, ਇਸ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਵਾਂਗੇ। ਜਲੰਧਰ ਤੋਂ ਖਬਰ ਹੈ ਅਤੇ ਪੰਜਾਬ ਸਰਕਾਰ ਦੇ ਲਈ ਚਿੰਤਾ ਵਾਲੀ ਖਬਰ ਹੈ, ਕਿਉਂਕਿ ਕੱਲ ਨੂੰ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਲੰਧਰ ਪਹੁੰਚਣਗੇ, ਪੰਜਾਬ ਤੋਂ ਦਿੱਲੀ ਹਵਾਈ ਅੱਡੇ ਨੂੰ ਸਿੱਧੀਆਂ ਸਰਕਾਰੀ ਵੋਲਵੋ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਤਾਂ ਨਿੱਜੀ ਬੱਸ ਆਪਰੇਟਰ ਇਸ ਦਰਮਿਆਨ ਕਾਲੇ ਝੰਡੇ ਲਾ ਕੇ ਆਪਣਾ ਵਿਰੋਧ ਦਰਜ ਕਰਵਾਉਣਗੇ। ਇਹ ਐਲਾਨ ਕੀਤਾ ਹੈ ਪੰਜਾਬ ਦੇ ਨਿੱਜੀ ਬੱਸ ਆਪਰੇਟਰਾਂ ਨੇ। ਦ ਪੰਜਾਬ ਮੋਟਰ ਯੂਨੀਅਨ ਦੀ 10 ਮੈਂਬਰੀ ਐਕਸ਼ਨ ਕਮੇਟੀ ਨੇ ਇਸ ਦਾ ਐਲਾਨ ਕੀਤਾ ਹੈ। ਉਹਨਾਂ ਦੀ ਤਕਲੀਫ ਹੈ ਕਿ ਕਰੋਨਾ ਕਾਲ ਤੋਂ ਹੀ ਨਿੱਜੀ ਟਰਾਂਸਪੋਰਟ ਸੈਕਟਰ ਤਬਾਹੀ ਦੇ ਕੰਢੇ ਤੇ ਆਇਆ ਹੋਇਆ। ਮੰਗ ਹੈ ਕਿ ਟਰਾਂਸਪੋਰਟ ਖੇਤਰ ਨੂੰ ਬਚਾਉਣ ਤੇ ਟੈਕਸ ਘਟਾਉਣ ਦੇ ਲਈ ਮੁੱਖ ਮੰਤਰੀ ਤੁਰੰਤ ਦਖਲ ਦੇਣ। ਉਹਨਾਂ ਦੱਸਿਆ ਕਿ ਨਿੱਜੀ ਬੱਸ ਟਰਾਂਸਪੋਰਟ ਕਾਰੋਬਾਰ ਇਸ ਵਕਤ ਵੱਡੇ ਘਾਟੇ ਦਾ ਸ਼ਿਕਾਰ ਹੋ ਚੁੱਕਿਆ ਹੈ। ਟਰਾਂਸਪੋਰਟ ਇੰਡਸਟਰੀ ਨੂੰ ਘਾਟੇ ਵਿੱਚੋਂ ਕੱਢਣ ਲਈ ਵੱਡੀ ਰਾਹਤ ਦੀ ਲੋੜ ਹੈ। ਨਿੱਜੀ ਟਰਾਂਸਪੋਰਟਰਾਂ ਦਾ ਇਲਜ਼ਾਮ ਹੈ ਕਿ ਪਿਛਲੀਆਂ ਸੂਬਾ ਸਰਕਾਰਾਂ ਨੇ ਬੱਸਾਂ ਦੇ ਟਾਈਮ ਟੇਬਲ ਵਿੱਚ ਮਨਮਰਜ਼ੀ ਨਾਲ ਬਦਲਾਅ ਕਰਕੇ ਜਿਸ ਢੰਗ ਨਾਲ ਟਰਾਂਸਪੋਰਟ ਮਾਫੀਆ ਦੀ ਸਰਪ੍ਰਸਤੀ ਕੀਤੀ ਸੀ, ਉਹ ਪੰਜਾਬ ਦੇ ਲੋਕਾਂ ਦੀ ਹੀ ਲੁੱਟ ਸੀ। ਮੰਗ ਕੀਤੀ ਹੈ ਕਿ ਟਾਈਮ ਟੇਬਲ ਦੀ ਸਮੱਸਿਆ ਦਾ ਹੱਲ ਕਰਨ ਦੇ ਲਈ 2018 ਦੀ ਪਾਲਿਸੀ ਦੇ ਮੁਤਾਬਿਕ ਪੰਜਾਬ ਰੋਡਵੇਜ਼, PRTC ਅਤੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਟਾਈਮ ਟੇਬਲ ਦੇ ਵਿੱਚ ਬਰਾਬਰ ਸਮਾਂ ਦਿੱਤਾ ਜਾਵੇ। ਸਾਰੇ ਬੱਸ ਆਪਰੇਟਰਾਂ ਨੇ ਮੰਗ ਕੀਤੀ ਹੈ ਕਿ ਟਰਾਂਸਪੋਰਟ ਇੰਡਸਟਰੀ ਨੂੰ ਬਚਾਉਣ ਲਈ ਔਰਤਾਂ ਨੂੰ ਰੋਜ਼ਾਨਾ ਮੁਫਤ ਸਫ਼ਰ ਕਰਨ ਦੀ ਸਹੂਲਤ ਦੇਣ ਦੀ ਥਾਂ ਹਫ਼ਤੇ ਵਿੱਚ ਸਿਰਫ 2 ਦਿਨ ਸ਼ਨੀਚਰਵਾਰ ਤੇ ਐਤਵਾਰ ਨੂੰ ਹੀ ਮੁਫਤ ਸਫ਼ਰ ਦੀ ਸਹੂਲਤ ਦਿੱਤੀ ਜਾਵੇ ਤੇ ਇਹ ਸਹੂਲਤ ਨਿੱਜੀ ਟਰਾਂਸਪੋਰਟਰ ਵੀ ਦੇਣ ਨੂੰ ਤਿਆਰ ਨਹੀਂ। ਸੋ ਅੱਜ ਦਾ ਦਿਨ ਹਲੇ ਬਚਿਆ, ਕਿਉਂਕਿ ਅੱਜ 14 ਜੂਨ ਹੈ। ਕੱਲ ਨੂੰ ਇਹਨਾਂ ਨੇ ਕਾਲੇ ਝੰਡੇ ਦਿਖਾ ਕੇ ਰੋਸ ਕਰਨਾ ਹੈ, ਜਾਂ ਤਾਂ ਫਿਰ ਪੰਜਾਬ ਪੁਲਿਸ ਜ਼ਬਰਦਸਤੀ ਇਹਨਾਂ ਨੂੰ ਡੱਕੂਗੀ, ਜਾਂ ਫਿਰ ਅੱਜ ਪੰਜਾਬ ਸਰਕਾਰ ਹੈ ਜਿਹੜੀ ਉਹ ਨਿੱਜੀ ਬੱਸ ਆਪਰੇਟਰਾਂ ਦੇ ਨਾਲ ਮੁਲਾਕਾਤ ਕਰ ਸਕਦੀ ਹੈ ਤੇ ਇਸ ਵਿਰੋਧ ਨੂੰ ਇੱਥੇ ਹੀ ਥੰਮਿਆ ਜਾ ਸਕਦਾ ਹੈ।
ਸਿੱਖ ਧਰਮ ਦੇ ਪ੍ਰਚਾਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਪ੍ਰਿੰਸੀਪਲ ਸੁਰਿੰਦਰ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਸੁਰਿੰਦਰ ਸਿੰਘ ਜਿਹੜੇ ਕਿ SCPC ਮੈਂਬਰ ਸਨ ਅਤੇ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਵੀ ਸਨ, ਉਹਨਾਂ ਦਾ ਲੰਘੀ ਦੇਰ ਰਾਤ ਦਿਲ ਦਾ ਦੌਰਾ ਪੈਣ ਦੇ ਕਾਰਨ ਦੇਹਾਂਤ ਹੋ ਗਿਆ। ਸੋਮਵਾਰ ਦੀ ਦੇਰ ਰਾਤ ਨੂੰ ਤਕਰੀਬਨ 11:15 ਵਜੇ ਉਹਨਾਂ ਨੂੰ ਦੌਰਾ ਪੈਣ ਕਾਰਨ ਭਾਈ ਜੈਤਾ ਜੀ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਮਰ ਮਹਿਜ਼ 66 ਸਾਲਾਂ ਦੀ ਸੀ। ਕੁਝ ਸਾਲ ਪਹਿਲਾਂ ਉਹਨਾਂ ਦੇ ਗੁਰਦਿਆਂ ਦੀ ਬਿਮਾਰੀ ਕਾਰਨ ਗੁਰਦੇ ਤਬਦੀਲ ਕਰਵਾਏ ਗਏ ਸੀ। ਪ੍ਰਿੰਸੀਪਲ ਸੁਰਿੰਦਰ ਸਿੰਘ ਦਾ ਅੱਜ ਸ਼ਾਮੀ 4 ਵਜੇ ਚਰਨ ਗੰਗਾ ਸ਼ਮਸ਼ਾਨ ਘਾਟ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੰਤਿਮ ਸੰਸਕਾਰ ਹੋਵੇਗਾ। ਪ੍ਰਿੰਸੀਪਲ ਸਾਹਿਬ 1973 ਤੋਂ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੀਆਂ ਸੇਵਾਵਾਂ ਵਿੱਚ ਲੱਗੇ ਹੋਏ ਸਨ। 1992 ਤੱਕ ਉਹ ਨੇਤਰਹੀਣ ਗੁਰਮਤਿ ਸੰਗੀਤ ਅਕੈਡਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੀ ਸੇਵਾ ਨਿਭਾਉਂਦੇ ਰਹੇ ਅਤੇ 1995 ਤੋਂ ਲੈ ਕੇ ਹੁਣ ਤੱਕ ਲਗਾਤਾਰ ਸਿੱਖ ਮਿਸ਼ਨਰੀ ਕਾਲਜ ਅਨੰਦਪੁਰ ਸਾਹਿਬ ਦੇ ਸੰਸਥਾਪਕ ਅਤੇ ਪ੍ਰਿੰਸੀਪਲ ਵਜੋਂ ਸੇਵਾ ਵੀ ਨਿਭਾਉਂਦੇ ਆ ਰਹੇ ਸੀ। ਵਿਵਾਦਾਂ ਤੋਂ ਪਰੇ ਰਹਿ ਕੇ ਸਿਰਫ ਤੇ ਸਿਰਫ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਪ੍ਰਿੰਸੀਪਲ ਸੁਰਿੰਦਰ ਸਿੰਘ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਲੁਧਿਆਣਾ ਦੇ ਪਾਇਲ ਤੋਂ ਖਬਰ ਹੈ, ਜਿੱਥੇ ਇਨਸਾਫ ਦੇ ਲਈ ਇੱਕ ਪਿੰਡ ਦੀਆਂ 2 ਧਿਰਾਂ ਟੈਂਕੀ ਤੇ ਚੜ ਗਈਆਂ ਨੇ। ਪਿੰਡ ਮੰਗੇਵਾਲ ਦੀ ਅਵਤਾਰ ਕੌਰ ਨੇ ਸਾਬਕਾ ਸਰਪੰਚ ਕੁਲਜਿੰਦਰ ਸਿੰਘ ਮੰਗੇਵਾਲ ਤੇ ਅਸ਼ਲੀਲ ਹਰਕਤਾਂ ਕਰਨ ਦੇ ਇਲਜ਼ਾਮ ਲਾਏ ਨੇ ਤੇ ਉਹ ਪੁਲਿਸ ਕਾਰਵਾਈ ਦੇ ਲਈ ਪਾਣੀ ਦੀ ਟੈਂਕੀ ਤੇ ਚੜ ਗਈ। ਇਸ ਮੌਕੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਆਏ। ਉਹਨਾਂ ਨੇ ਬੀਬੀ ਅਵਤਾਰ ਕੌਰ ਨੂੰ ਟੈਂਕੀ ਤੋਂ ਹੇਠਾਂ ਆਉਣ ਦੇ ਲਈ ਮਨਾਇਆ। ਵਿਧਾਇਕ ਨੇ ਸਾਬਕਾ ਸਰਪੰਚ ਕੁਲਜਿੰਦਰ ਸਿੰਘ ਖਿਲਾਫ ਥਾਣਾ ਮਲੌਦ ਵਿੱਚ ਕੇਸ ਵੀ ਦਰਜ ਕਰਵਾ ਦਿੱਤਾ ਹੈ, ਜਦਕਿ ਸਾਬਕਾ ਸਰਪੰਚ ਦੀ ਬਿਰਧ ਮਾਤਾ ਤੇ 2 ਧੀਆਂ ਨੇ ਹਲਕਾ ਵਿਧਾਇਕ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਕੁਲਜਿੰਦਰ ਸਿੰਘ ਖਿਲਾਫ ਝੂਠੇ ਦੋਸ਼ ਲਾ ਕੇ ਕੇਸ ਦਰਜ ਕੀਤਾ ਗਿਆ। ਉਹਨਾਂ ਮੰਗ ਕੀਤੀ ਹੈ ਕਿ ਪੁਲਿਸ ਪਿੰਡ ਵਾਸੀਆਂ ਦੀ ਹਾਜ਼ਰੀ ਦੇ ਵਿੱਚ ਜਾਂਚ ਕਰਕੇ ਬਣਦੀ ਕਾਰਵਾਈ ਕਰੇ। ਤੇ ਜਿਵੇਂ ਹੀ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਇਸ ਪਿੰਡ ਦੇ ਵਿੱਚੋਂ ਗਏ, ਮਾਮਲਾ ਥੋੜਾ ਜਿਹਾ ਸ਼ਾਂਤ ਕਰਵਾਉਣ ਤੋਂ ਬਾਅਦ ਤਾਂ ਫਿਰ ਸਾਬਕਾ ਸਰਪੰਚ ਦਾ ਪਰਿਵਾਰ, ਉਸ ਦੀ ਪਤਨੀ ਅਤੇ ਬੱਚੀਆਂ ਟੈਂਕੀ ਤੇ ਚੜ ਗਈਆਂ ਇਨਸਾਫ ਦੀ ਮੰਗ ਵਿੱਚ। ਉਸ ਤੋਂ ਬਾਅਦ ਫਿਰ ਪੁਲਿਸ ਪਾਰਟੀ ਪੰਜਾਬ ਦੇ ਵਿੱਚ ਪਹੁੰਚੀ ਅਤੇ 4 ਘੰਟਿਆਂ ਬਾਅਦ ਤਿੰਨਾਂ ਮਾਵਾਂ ਧੀਆਂ ਨੂੰ ਟੈਂਕੀ ਤੋਂ ਉਤਾਰਿਆ ਅਤੇ ਇਨਸਾਫ ਦਾ ਭਰੋਸਾ ਦਿੱਤਾ। ਬਾਦਲ ਪਰਿਵਾਰ ਦੇ ਹਲਕੇ ਲੰਬੀ ਤੋਂ ਖਬਰ ਹੈ, ਜਿੱਥੇ ਪਿੰਡ ਬੀਦੋਵਾਲੀ ਦੇ ਵਿੱਚ ਚਿੱਟੇ ਕਾਰਨ ਮੌਤ ਦਾ ਸ਼ਿਕਾਰ ਬਣੇ 29 ਸਾਲਾ ਨੌਜਵਾਨ ਕੁਲਦੀਪ ਸਿੰਘ ਦਾ ਸੰਸਕਾਰ ਪੋਸਟਮਾਰਟਮ ਤੋਂ ਬਿਨਾਂ ਕਰਨ ਤੋਂ ਬਾਅਦ ਪੁਲਿਸ ਵੱਲੋਂ ਲਏ ਗਏ ਬਿਆਨਾਂ ਤੇ ਸਵਾਲ ਖੜਾ ਹੋ ਗਿਆ। ਨੌਜਵਾਨ ਦੀ ਮੌਤ ਚਿੱਟੇ ਨਾਲ ਹੋਈ ਹੈ। ਪੁਲਿਸ ਨੇ ਬਿਆਨ ਦਰਜ ਜਿਹੜੇ ਕੀਤੇ ਨੇ ਉਹਦੇ ਵਿੱਚ ਮੌਤ ਦਾ ਕਾਰਨ ਕਾਲਾ ਪੀਲੀਆ ਦੱਸਿਆ ਹੈ, ਜਦਕਿ ਮ੍ਰਿਤਕ ਨੌਜਵਾਨ ਦੇ ਦਿਹਾੜੀਦਾਰ ਮਜ਼ਦੂਰ ਪਿਤਾ ਬਲਦੇਵ ਸਿੰਘ ਨੇ ਦੋਸ਼ ਲਾਏ ਨੇ ਕਿ ਪੁਲਿਸ ਜਦੋਂ ਆਈ ਸੀ ਅਸੀਂ ਮੌਤ ਦਾ ਕਾਰਨ ਚਿੱਟਾ ਲਿਖਵਾਇਆ ਸੀ, ਕਿਉਂਕਿ ਉਸਦੀ ਨਸ਼ੇ ਦੇ ਟੀਕੇ ਕਾਰਨ ਹੀ ਮੌਤ ਹੋਈ ਸੀ। ਕਾਨੂੰਨ ਦਾ ਬਹੁਤਾ ਪਤਾ ਨਾ ਹੋਣ ਕਰਕੇ ਕਹਿੰਦੇ ਅਸੀਂ ਕੁਲਦੀਪ ਦਾ ਸੰਸਕਾਰ ਬਿਨਾਂ ਪੋਸਟਮਾਰਟਮ ਤੋਂ ਹੀ ਕਰ ਦਿੱਤਾ ਸੀ। ਪੁਲਿਸ ਵਾਲੇ ਜਦੋਂ ਆਏ ਤਾਂ ਫਿਰ ਮੌਤ ਦਾ ਕਾਰਨ ਚਿੱਟਾ ਹੀ ਦੱਸਿਆ ਗਿਆ ਸੀ, ਪਰ ਹੁਣ ਸਾਨੂੰ ਇਹ ਜਾਣ ਕੇ ਹੈਰਾਨੀ ਹੋ ਰਹੀ ਹੈ ਕਿ ਪੁਲਿਸ ਨੇ ਮੌਤ ਦਾ ਕਾਰਨ ਕਾਲਾ ਪੀਲੀਆ ਲਿਖਿਆ, ਜਦਕਿ ਉਸ ਨੂੰ ਤਾਂ ਕੋਈ ਬਿਮਾਰੀ ਨਹੀਂ ਸੀ ਨਸ਼ੇ ਤੋਂ ਬਿਨਾਂ। ਸੋ ਪੁਲਿਸ ਆਪਣੀ ਗੱਲ ਤੇ ਅੜੀ ਹੋਈ ਹੈ ਕਿ ਪਰਿਵਾਰ ਨੇ ਤਾਂ ਪਿੰਡ ਵਾਸੀਆਂ ਦੀ ਮੌਜੂਦਗੀ ਦੇ ਵਿੱਚ ਕਾਲਾ ਪੀਲੀਆ ਲਿਖਵਾਇਆ ਹੈ। CBSE ਨੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਸੂਚੀ ਮੰਗੀ ਹੈ। ਬੋਰਡ ਪ੍ਰੀਖਿਆਵਾਂ ਦੇ ਲਈ ਲਿਸਟ ਆਫ ਕੈਂਡੀਡੇਟਸ ਯਾਨੀ ਕਿ LOC ਮੰਗ ਲਈ ਹੈ। ਇਹਨਾਂ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ 16 ਜੂਨ ਪਰਸੋਂ ਤੋਂ ਸ਼ੁਰੂ ਹੋਏਗੀ। ਸਕੂਲ ਬਿਨਾਂ ਲੇਟ ਫੀਸ ਤੇ 31 ਅਗਸਤ ਤੱਕ ਵਿਦਿਆਰਥੀਆਂ ਦੀ ਸੂਚੀ ਬੋਰਡ ਨੂੰ ਸੌਂਪ ਸਕਦੇ ਨੇ। ਤੇ CBSE ਨੇ ਇਹ ਵੀ ਚੇਤਾਵਨੀ ਦੇ ਦਿੱਤੀ ਹੈ ਕਿ ਗਲਤ ਜਾਣਕਾਰੀ ਦੇਣ ਵਾਲੇ ਸਕੂਲ ਦੇ ਖਿਲਾਫ ਕਾਰਵਾਈ ਹੋਵੇਗੀ, ਕਿਉਂਕਿ ਬੋਰਡ ਨੇ ਦੱਸਿਆ ਕਿ ਕਈ ਵਾਰੀ ਸਕੂਲ ਦੂਜੇ ਸਕੂਲਾਂ ਤੋਂ ਪੈਸੇ ਲੈ ਕੇ ਉਹਨਾਂ ਵਿਦਿਆਰਥੀਆਂ ਦੀ ਵੀ ਸੂਚੀ ਭੇਜ ਦਿੰਦੇ ਨੇ ਜਿਨ੍ਹਾਂ ਨੇ ਨਿਯਮਿਤ ਜਮਾਤਾਂ ਲਾਈਆਂ ਨਹੀਂ ਹੁੰਦੀਆਂ। ਅਜਿਹੇ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਮਿਲਣ ਤੇ ਰਜਿਸਟ੍ਰੇਸ਼ਨ ਰੱਦ ਕੀਤੀ ਜਾਊਗੀ। ਗਲਤ ਜਾਣਕਾਰੀ ਦੇਣ ਵਾਲੇ ਸਕੂਲਾਂ ਖਿਲਾਫ ਕਾਰਵਾਈ ਹੋਵੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਉਹਨਾਂ ਲੀਡਰਾਂ ਦੀ, ਉਹਨਾਂ ਮੰਤਰੀਆਂ, ਸਾਬਕਾ ਮੰਤਰੀਆਂ ਦੀ ਸ਼ਾਮਤ ਆਈ ਹੋਈ ਹੈ ਜਿਹੜੇ ਕਿ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਸਨ, ਚਾਹੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਆਪਣਾ ਮੰਤਰੀ ਹੋਵੇ ਜਾਂ ਫਿਰ ਪੁਰਾਣੀਆਂ ਰਵਾਇਤੀ ਪਾਰਟੀਆਂ ਦੇ ਸਾਬਕਾ ਮੰਤਰੀ ਹੋਣ। ਤੇ ਇਹਨਾਂ ਮੰਤਰੀਆਂ ਦੇ ਨਾਲ ਜੁੜੀਆਂ ਸਾਰੀਆਂ ਖਬਰਾਂ ਨੇ ਜਿਹੜੀਆਂ ਅੱਗੇ ਅਸੀਂ ਤੁਹਾਨੂੰ ਦੱਸਦੇ ਹਾਂ, ਅਤੇ ਜਿਸ ਤਰੀਕੇ ਦੇ ਨਾਲ ਭ੍ਰਿਸ਼ਟਾਚਾਰ ਫੈਲਾਇਆ ਗਿਆ ਉਸ ਨੂੰ ਸੁਣ ਕੇ ਸੱਚਮੁੱਚ ਅੱਖਾਂ ਟੱਡੀਆਂ ਰਹਿ ਜਾਂਦੀਆਂ ਨੇ। ਜੰਗਲਾਤ ਮਹਿਕਮੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਿਆਪਕ ਪੱਧਰ ਤੇ ਯਾਨੀ ਕਿ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ, ਇਸ ਦੇ ਸੰਕੇਤ ਮਿਲ ਰਹੇ ਨੇ। ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਤੋਂ ਬਾਅਦ ਨੇਤਾਵਾਂ ਤੇ ਅਫਸਰਸ਼ਾਹੀ ਦਾ ਗੱਠਜੋੜ ਇਸ ਜਾਂਚ ਦੇ ਵਿੱਚ, ਵਿਜੀਲੈਂਸ ਦੀ ਜਾਂਚ ਦੇ ਵਿੱਚ ਬੇਨਕਾਬ ਹੋਇਆ ਹੈ। ਜਿਹੜੇ ਮੰਤਰੀ ਜਿਹਨੂੰ ਚੜਾਵਾ ਚੜਾਉਂਦੇ ਸੀ ਉਹਨਾਂ ਨੂੰ ਮਲਾਈਦਾਰ ਅਹੁਦੇ ਮਿਲਦੇ ਸੀ ਤੇ ਜਿਹੜੇ ਚੜਾਵਾ ਨਹੀਂ ਚੜਾਉਂਦੇ ਸੀ ਉਹ ਖੁੱਡੇ ਲਾਈਨ ਲਾ ਦਿੱਤੇ ਜਾਂਦੇ ਸੀ। ਜੰਗਲਾਤ ਵਿਭਾਗ ਦੇ ਅਫਸਰਾਂ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ ਰਿਸ਼ਵਤਖੋਰੀ ਦੇ ਸਾਰੇ ਭੇਤ ਖੁੱਲਣ ਲੱਗੇ ਨੇ। ਸੂਤਰਾਂ ਮੁਤਾਬਿਕ ਇਸ ਵਿਭਾਗ ਦੇ ਵਿੱਚ ਭ੍ਰਿਸ਼ਟਾਚਾਰ ਨੇ ਅਮਰਵੇਲ ਵਾਂਗੂ ਅਜਿਹਾ ਤਾਣਾ ਬਾਣਾ ਬੁਣ ਲਿਆ ਸੀ ਕਿ ਦਰਜਾ 4 ਕਰਮਚਾਰੀਆਂ ਤੋਂ ਲੈ ਕੇ ਉੱਚ ਅਧਿਕਾਰੀਆਂ ਤੱਕ ਨੇ ਹਿੱਸਾ ਪੱਤੀ ਤੈਅ ਕੀਤੀ ਹੋਈ ਸੀ। ਮੁੱਢਲੀ ਪੜਤਾਲ ਦੇ ਵਿੱਚ ਹੈਰਾਨੀਜਨਕ ਤੱਥ ਸਾਹਮਣੇ ਆਏ ਨੇ ਕਿ ਕੇਂਦਰ ਸਰਕਾਰ ਵੱਲੋਂ ਪੌਦੇ ਲਾਉਣ ਵਾਲੀ ਯੋਜਨਾ ਕੈਂਪਾਂ ਦੇ ਅਧੀਨ ਭਾਰਤ ਸਰਕਾਰ ਤੋਂ ਆਉਣ ਵਾਲੇ ਪੈਸੇ ਦੀ ਸਹੀ ਵਰਤੋਂ ਕਰਨ ਦੀ ਥਾਂ
ਤਾਂ ਇਸ ਗ੍ਰਾਂਟ ਦੇ ਵਿੱਚੋਂ ਹਿੱਸਾ ਵੰਡਣ ਬਾਰੇ ਜ਼ਿਆਦਾ ਯੋਜਨਾਵਾਂ ਬਣਾਈਆਂ ਸੀ। ਵਿਭਾਗ ਦੇ ਅਧਿਕਾਰੀਆਂ ਵੱਲੋਂ ਨਵੇਂ ਪੌਦੇ ਲਾਉਣ ਦੇ ਮਾਮਲੇ ਤੇ ਹੀ ਖਾਨਾ ਪੂਰਤੀ ਨਹੀਂ ਕੀਤੀ ਜਾਂਦੀ ਸੀ, ਸਗੋਂ ਪੌਦਿਆਂ ਦੀ ਦੇਖ-ਰੇਖ ਤੇ ਵੀ ਜਿਹੜਾ ਖਰਚਾ ਮਿਲਦਾ ਸੀ ਉਹਦਾ ਮੋਟਾ ਹਿੱਸਾ ਵੀ ਕਰਮਚਾਰੀਆਂ ਤੋਂ ਲੈ ਕੇ ਉੱਪਰ ਤੱਕ ਢਕਾਰ ਲਿਆ ਜਾਂਦਾ ਸੀ। ਤੇ ਜੰਗਲਾਤ ਮਹਿਕਮੇ ਦੇ ਵਿੱਚ ਇਹ ਮਾਮਲਾ ਕੋਈ ਅੱਜ ਕੱਲ੍ਹ ਦਾ ਨਹੀਂ ਬਲਕਿ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ। ਪੜਤਾਲ ਦੌਰਾਨ ਇਹ ਤੱਥ ਵੀ ਸਾਹਮਣੇ ਆਏ ਨੇ ਕਿ ਜੰਗਲਾਤ ਵਿਭਾਗ ਵਿੱਚ ਵਰਤੀਆਂ ਜਾਂਦੀਆਂ ਗ੍ਰਾਂਟਾਂ ਦੀ ਪੈਰਵੀ ਲਈ ਆਮ ਤੌਰ ਤੇ ਆਡਿਟਿੰਗ ਘੱਟ ਹੀ ਹੁੰਦੀ ਸੀ। ਅਫਸਰਾਂ ਵੱਲੋਂ ਮਾਮੂਲੀ ਇੰਸਪੈਕਸ਼ਨ ਕਰਕੇ ਡੰਗ ਟਪਾਈ ਕਰ ਰਹੀ ਜਾਂਦੀ ਸੀ ਤੇ ਜਿਸ ਤਰੀਕੇ ਦੇ ਨਾਲ ਇਸ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਦੀ ਬਿਮਾਰੀ ਦੀਆਂ ਪਰਤਾਂ ਖੁੱਲ ਰਹੀਆਂ ਨੇ ਤਾਂ ਇਹਦੇ ਵਿੱਚ ਹੋਰ ਗ੍ਰਿਫਤਾਰੀਆਂ ਹੋਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫਸੇ ਹੋਏ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਹਾਲੇ ਜੇਲ੍ਹ ਦੇ ਵਿੱਚ ਹੀ ਰਹਿਣਗੇ। ਅਦਾਲਤ ਨੇ ਸਾਧੂ ਸਿੰਘ ਧਰਮਸੋਤ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਜੇਲ੍ਹ ਭੇਜ ਦਿੱਤਾ ਹੈ। ਵਿਜੀਲੈਂਸ ਨੇ ਧਰਮਸੋਤ ਸਮੇਤ ਉਸਦੇ OSD ਚਮਕੌਰ ਸਿੰਘ ਅਤੇ ਮੀਡੀਆ ਸਲਾਹਕਾਰ ਤੇ ਪੱਤਰਕਾਰ ਕਮਲਜੀਤ ਸਿੰਘ ਕਮਲ ਸਮੇਤ DFO ਗੁਰਅਮਨਪ੍ਰੀਤ ਸਿੰਘ ਬੈਂਸ ਨੂੰ 3 ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੇ ਮੁੜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਤੇ ਹੋਰ ਪੁਲਿਸ ਰਿਮਾਂਡ ਦੀ ਮੰਗ ਕੀਤੀ। ਹਾਲਾਂਕਿ ਅਦਾਲਤ ਨੇ ਪੁਲਿਸ ਰਿਮਾਂਡ ਨਾ ਦੇ ਕੇ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ। ਵਿਜੀਲੈਂਸ ਦੇ ਸੂਤਰਾਂ ਦੀ ਜਾਣਕਾਰੀ ਮੁਤਾਬਿਕ ਕਾਂਗਰਸ ਸਰਕਾਰ ਵੇਲੇ ਪੈਸੇ ਦੇ ਕੇ ਮਨਪਸੰਦ ਸਟੇਸ਼ਨਾਂ ਤੇ ਬਦਲੀਆਂ ਕਰਵਾਉਣ ਅਤੇ ਰਿਸ਼ਵਤਖੋਰੀ ਦੇ ਕਥਿਤ ਗੋਰਖਤਨ ਦੇ ਵਿੱਚ ਸ਼ਾਮਲ DFOs ਅਤੇ ਸੰਬੰਧਿਤ ਹੋਰ ਉੱਚ ਅਧਿਕਾਰੀਆਂ ਤੇ ਵੀ ਗਾਜ ਡਿੱਗ ਸਕਦੀ ਹੈ। ਜਾਂਚ ਟੀਮ ਨੇ 1.5 ਦਰਜਨ ਤੋਂ ਵੱਧ DFOs ਨੂੰ ਪੁੱਛਗਿੱਛ ਦੇ ਲਈ ਵਿਜੀਲੈਂਸ ਭਵਨ ਮੁਹਾਲੀ ਤਲਬ ਕੀਤਾ ਹੈ। ਸੀਨੀਅਰ ਅਫਸਰਾਂ ਦੇ ਵੱਲੋਂ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਧਰਮਸੋਤ ਅਤੇ ਉਸਦੇ ਦਲਾਲਾਂ ਦੀ ਗ੍ਰਿਫਤਾਰੀ ਤੋਂ ਬਾਅਦ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਨੀਂਦ ਕਿਧਰੇ ਉੱਡ-ਪੁੱਡ ਗਈ ਹੈ। ਇਹ ਵੀ ਪਤਾ ਲੱਗਿਆ ਕਿ ਕਈ ਅਧਿਕਾਰੀ ਤਾਂ ਰੂਪੋਸ਼ ਹੀ ਹੋ ਗਏ ਨੇ। ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਜੇਲ੍ਹ 'ਚ ਬੰਦ ਇੱਕ ਹੋਰ ਸਾਬਕਾ ਕੈਬਨਿਟ ਮੰਤਰੀ ਵਿਜੇ ਸਿੰਗਲਾ ਨੇ ਹੁਣ ਹਾਈਕੋਰਟ ਦਾ ਰੁਖ ਕੀਤਾ ਹੈ। ਵਿਜੇ ਸਿੰਗਲਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ 'ਚ ਸਿੰਗਲਾ ਨੇ ਕਿਹਾ ਹੈ ਕਿ ਮੈਨੂੰ ਵਿਰੋਧੀਆਂ ਨੇ ਸਾਜ਼ਿਸ਼ ਤਹਿਤ ਫਸਾਇਆ ਹੈ। ਉਮੀਦ ਹੈ ਕਿ ਪਟੀਸ਼ਨ ਤੇ ਜਲਦ ਸੁਣਵਾਈ ਹੋ ਸਕਦੀ ਹੈ। तो पंजाब दे विच जिथे आम आदमी पार्टी दे इस साबका कैबिनेट मंत्री भ्रिष्टाचार दे दोष विच फसे हुए ने, उत्थे ही दिल्ली तो भी आम आदमी पार्टी दे कैबिनेट मंत्री सतेंद्र जैन राहत भी कड़िक्की दे विच फसे हुए ने। मनी लॉन्ड्रिंग मामले दे विच गिरफ्तार किए गए आम आदमी पार्टी दे सीनियर लीडर अते सेहत मंत्री सतेंद्र जैन नूं राहत नहीं मिली है। राउज एवेन्यू कोर्ट ने आम आदमी पार्टी दे लीडर जैन नूं 14 दिनां दी न्यायिक हिरासत विच भेज दित्ता है। सतेंद्र जैन 13 जून तक ईडी दी हिरासत विच सन। ते इधर पंजाब दे एक होर साबका कैबिनेट मंत्री भारत भूषण आशू ने भी हाईकोर्ट का रुख कर लिया है। हाईकोर्ट दे विच पटीशन पा के मंग की है कि मेरे खिलाफ दर्ज शिकायत की पारदर्शी तरीके दे नाल जांच होनी चाहिए है। आशू के खिलाफ परचा तो दर्ज नहीं होया, पर आशू के खिलाफ विजिलेंस ने जांच विड दी है। जे जांच दे विच दोषी पाए गए तो FIR दर्ज हो सकती है, पर आशू डर दे मारे पहले ही हाईकोर्ट जा पहुंचे ने। आशू ने यह भी मंग की है कि उन्होंने भी जांच विच शामिल किया जाए अते किसी भी तरह की कार्रवाई तो पहला 7 दिनों का नोटिस दिता जाए। दरअसल ठेकेदारां दी यूनियन ने आशू के कार्यकाल दौरान 2000 करोड़ रुपए के टेंडरां दे विच धोखाधड़ी करन दा दोष लाया है। ते एक होर खबर साबका मुख मंत्री चरणजीत सिंह चन्नी दे नाल जुड़ी हुई है। चन्नी दे करीबी विजय टिंकू के खिलाफ धोखाधड़ी का केस दर्ज होया है। पंजाब राज अनुसूचित जातियां कमिशन के वल्लों SSP रूपनगर नूं हुक्म दिते गए सी, जिस तो बाद पुलिस ने चन्नी के करीबी कांग्रेसी लीडर ते नगर कौंसल मोरिंडा के साबका प्रधान विजय शर्मा टिंकू ते साबका EO गुरबख्शीश सिंह के खिलाफ धोखाधड़ी का केस दर्ज किया है। पंजाब दीआं खास खबरां दी खास बुलेटिन दे विच कुछ होर खबरां तुहानूं दस दिंदे हां। श्रोमणी गुरुद्वारा प्रबंधक कमेटी के अधीन ड्यूटी करने वाले रागी ਸਿੰਘਾਂ ने बगावत का झंडा फिर चुक लिया। सचखंड श्री हरमंदर साहिब अमृतसर तो तख्त श्री दमदमा साहिब साबो की तलवंडी विखे बदली करन दे रोस वजों ड्यूटी ते ना जाण दा फैसला लिया है। हजूरी रागी भाई गुरदेव सिंह कोहाड़का ने SGPC ने पिछले दिनी भाई गुरदेव सिंह कोहाड़का दी अचानक बदली कर दित्ती सी अते हुक्म सुनाए सी कि तुरंत जाके तख्त श्री दमदमा साहिब ड्यूटी ज्वाइन करो। कोहाड़का ने हुण इस गल नूं धक्का दसदिआं नवीं थां ते ड्यूटी ज्वाइन करन तो ना कर दित्ती है। कोहाड़का ने दोष लाया है कि मेरी बदली बदले की भावना नाल कीती गई है। कहा कि वो श्री गुरु रामदास जी के दर दे कीर्तनीय ने आखिरी दम तक इत्थे सेवा करते रहेंगे। पंजाब के मुख्यमंत्री भगवंत सिंह मान ने एक दिन पहला ही सोमवार तो यानी कि 13 जून तो पंजाब दे विच मूंगी की खरीद MSP ते शुरू किए जाने का ऐलान किया सी, पर सोमवार नूं मूंगी की फसल की सही कीमत ना मिलण ते किसानां ने आम आदमी पार्टी के विधायक अमन अरोड़ा के घर के बाहर धरना दिता। इस ते श्रोमणी अकाली दल के सीनियर लीडर डॉक्टर दलजीत सिंह चीमा ने कहा कि किसानां दे इस धरने ने मुख्यमंत्री भगवंत मान वालों मूंगी नूं MSP ते खरीदण दे दावे दी पोल खोल के रख दित्ती है। ਜਿਹੜੀਆਂ ਸਪੈਸੀਫਿਕੇਸ਼ਨਾਂ ਨੇਫਡ ਨੇ ਫਿਕਸ ਕੀਤੀਆਂ ਉਹਨਾਂ ਦੇ ਉੱਤੇ ਮੂੰਗੀ ਖਰੀਦੀ ਨਹੀਂ ਜਾ ਰਹੀ। 13 ਨੰਬਰ ਦੀ ਜਾਰੀ ਪਹਿਲਾਂ ਲਾ ਕੇ ਤੇ ਉਹਨੂੰ ਚੈੱਕ ਕੀਤਾ ਜਾਂਦਾ, ਜਿਹਦੇ ਵਿੱਚ 70% ਮੂੰਗੀ ਜਿਹੜੀ ਆ ਉਹ ਫੇਲ ਹੋ ਰਹੀ।
ਮੂੰਗੀ ਦੇ ਰੰਗ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ। ਆੜ੍ਹਤੀਆਂ ਨੂੰ ਖਰੀਦ ਚੋਂ ਬਾਹਰ ਕੱਢਿਆ ਗਿਆ ਔਰ ਖਮਿਆਜਾ ਉਹਦਾ ਪੰਜਾਬ ਦਾ ਕਿਸਾਨ ਭੁਗਤ ਰਿਹਾ। ਮੁੱਖ ਮੰਤਰੀ ਸਾਹਿਬ, ਤਰਸ ਕਰੋ ਕਿਸਾਨੀ ਤੇ। ਤੁਹਾਡੇ ਕਰਕੇ ਉਹਨਾਂ ਨੇ ਮੂੰਗੀ ਬੀਜੀ ਸੀ, ਅੱਜ ਤੁਹਾਡੇ ਜ਼ਿਲ੍ਹੇ ਵਿੱਚ ਇਹ ਹਾਲ ਹੈ ਤਾਂ ਬਾਕੀ ਕੀ ਹੋਏਗਾ? ਗਰੰਟੀ ਤੁਸੀਂ ਦਿੱਤੀ ਸੀ, ਆਪ ਸਰਕਾਰ ਜਿਹੜੀ ਹੈ ਕੰਡੀਸ਼ਨਰ ਰੈਕਸ ਕਰਕੇ ਤੇ ਮੂੰਗੀ ਦੀ ਉਧਰ ਮੋਗਾ ਮੰਡੀ ਦੇ ਵਿੱਚ ਮੁੜ ਤੋਂ ਆੜ੍ਹਤੀਆਂ ਨੇ ਮੂੰਗੀ ਦੀ ਫਸਲ ਤੇ ਕਮਿਸ਼ਨ ਨਾ ਮਿਲਣ ਤੇ ਧਰਨਾ ਦਿੱਤਾ, ਜਿਸ ਕਰਕੇ ਸੋਮਵਾਰ ਨੂੰ ਵੀ ਮੂੰਗੀ ਦੀ ਸਰਕਾਰੀ ਖਰੀਦ ਨਹੀਂ ਹੋ ਸਕੀ। ਆੜ੍ਹਤੀਆਂ ਦਾ ਰੋਸ ਹੈ ਕਿ ਉਹਨਾਂ ਦੀ ਮੁੱਖ ਮੰਤਰੀ ਪੰਜਾਬ ਦੇ ਨਾਲ ਮੀਟਿੰਗ ਹੋਣੀ ਸੀ, ਜੇਕਰ ਇਸ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕਰਾਂਗੇ। ਦਰਅਸਲ ਪੰਜਾਬ ਸਰਕਾਰ ਨੇ ਮੂੰਗੀ ਦੀ ਫਸਲ ਪਹਿਲੀ ਵਾਰੀ ਐਮਐਸਪੀ ਤੇ ਖਰੀਦਣ ਦਾ ਐਲਾਨ ਕੀਤਾ ਹੈ ਤੇ ਆੜ੍ਹਤੀਆਂ ਨੂੰ ਮੂੰਗੀ ਦੀ ਫਸਲ ਤੇ ਕਮਿਸ਼ਨ ਤੋਂ ਬਾਹਰ ਰੱਖਿਆ ਗਿਆ, ਜਿਸ ਕਰਕੇ ਆੜ੍ਹਤੀਆਂ ਦੇ ਵਿੱਚ ਲਗਾਤਾਰ ਰੋਸ ਪਾਇਆ ਜਾ ਰਿਹਾ ਹੈ। ਰੁੱਸੇ ਹੋਏ ਆੜ੍ਹਤੀਆਂ ਨੇ ਮਾਰਕਫੈਡ ਦੀ ਦੁਕਾਨ ਦੇ ਬਾਹਰ ਧਰਨਾ ਦਿੱਤਾ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਤਰਨਤਾਰਨ ਤੋਂ ਵੱਡੇ ਹਾਦਸੇ ਦੀ ਖਬਰ ਹੈ, ਜਿੱਥੇ ਕੌਮੀ ਸ਼ਾਹਰਾ 54 ਸਥਿਤ ਕਸਬਾ ਹਰੀਕੇ ਨੇੜੇ ਗਲਤ ਦਿਸ਼ਾ ਤੋਂ ਆ ਰਹੇ ਮੋਟਰਸਾਈਕਲ ਸਵਾਰ ਨੂੰ ਬਚਾਉਂਦਿਆਂ ਦੋ ਕਾਰਾਂ ਦੇ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਦੇ ਵਿੱਚ 4 ਕਾਰ ਸਵਾਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ 2 ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਦੇ ਵਿੱਚ 2 ਔਰਤਾਂ ਸ਼ਾਮਿਲ ਨੇ। ਗੰਭੀਰ ਰੂਪ 'ਚ ਜ਼ਖਮੀ ਹੋਏ ਦੋਵਾਂ ਕਾਰਾਂ ਦੇ ਚਾਲਕਾਂ ਨੂੰ ਮੁੱਢਲੀ ਸਹਾਇਤਾ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਖਬਰ ਪੜੇ ਜਾਣ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਸੀ। ਇਹ ਵੱਡਾ ਹਾਦਸਾ ਸਾਨੂੰ ਸਾਰਿਆਂ ਨੂੰ ਇੱਕ ਵੱਡਾ ਸਬਕ ਵੀ ਦੇ ਕੇ ਜਾਂਦਾ ਹੈ ਕਿ ਜੇ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਗਲਤ ਰਾਹ ਤੇ ਆਪਣੇ ਵਾਹਨ ਦੌੜਾਉਂਦੇ ਹੋ ਤਾਂ ਉਹ ਕਿਵੇਂ ਦੂਸਰਿਆਂ ਦੀ ਜਾਨ ਦਾ ਖੌਅ ਵੀ ਬਣ ਜਾਂਦੇ ਨੇ। 2 ਦਿਨ ਪਹਿਲਾਂ ਡੇਰਾਬੱਸੀ ਦੇ ਇੱਕ ਪ੍ਰਾਪਰਟੀ ਡੀਲਰ ਤੋਂ 1 ਕਰੋੜ ਰੁਪਏ ਲੁੱਟ ਕੇ ਉਸ ਨੂੰ ਗੋਲੀਆਂ ਮਾਰ ਕੇ ਫਰਾਰ ਹੋਏ ਮੁਲਜ਼ਮ ਆਖਿਰਕਾਰ ਮੁਹਾਲੀ ਪੁਲਿਸ ਦੇ ਅੜਿੱਕੇ ਆ ਗਏ ਨੇ। ਇਸ ਦੀ ਜਾਣਕਾਰੀ ਮੁਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ। ਉਹਨਾਂ ਦੱਸਿਆ ਕਿ ਮਾਮਲੇ ਵਿੱਚ ਪੁਲਿਸ ਨੇ 3 ਜਣਿਆਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਤੋਂ 68 ਲੱਖ ਰੁਪਏ ਤੇ ਗੱਡੀ ਬਰਾਮਦ ਕਰ ਲਈ ਹੈ। ਵਾਰਦਾਤ ਵਿੱਚ ਖੋਹੇ ਗਏ ਮੋਟਰਸਾਈਕਲ ਨੂੰ ਵੀ ਜ਼ਿਰਕਪੁਰ ਕੋਲੋਂ ਬਰਾਮਦ ਕਰ ਲਿਆ ਗਿਆ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਬਣਾਈ ਗਈ ਯੋਜਨਾ ਦੇ ਅਧੀਨ ਇਸ ਵਾਰਦਾਤ ਦੇ ਵਿੱਚ ਸ਼ਾਮਿਲ 5 ਲੋਕ ਇੱਕ ਦਿਨ ਪਹਿਲਾਂ ਲੁੱਟੇ ਗਏ ਪ੍ਰਾਪਰਟੀ ਡੀਲਰ ਕੋਲ ਗਏ ਸੀ ਤੇ ਕਰੀਬ 4-5 ਘੰਟੇ ਦੁਕਾਨ ਤੇ ਰਹੇ। ਇਸ ਕੰਮ ਦੇ ਲਈ ਉਹਨਾਂ ਨੇ ਪੂਰੀ ਰੇਕੀ ਕੀਤੀ ਤੇ ਪਹਿਲਾਂ ਹੀ ਤੈਅ ਸੀ ਕਿ ਉਹਨਾਂ ਨੇ ਪੈਸੇ ਕਿਵੇਂ ਤੇ ਕਿੱਥੋਂ ਲੁੱਟਣੇ ਨੇ। ਲੁੱਟ ਦੀ ਵਾਰਦਾਤ ਤੋਂ ਬਾਅਦ ਪੁਲਿਸ ਨੇ ਪਰਚਾ ਦਰਜ ਕਰ ਲਿਆ ਸੀ। 3 ਜਣੇ ਗ੍ਰਿਫਤਾਰ ਹੋ ਚੁੱਕੇ ਨੇ, 2 ਦੀ ਭਾਲ ਜਾਰੀ ਹੈ। ਤੇ ਇਹਨਾਂ ਲੁਟੇਰਿਆਂ ਨੇ ਇੱਕ ਰੇੜੀ ਵਾਲੇ ਭਾਈ ਨੂੰ ਵੀ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਸੀ, ਜਿਹੜਾ ਜ਼ਖਮੀ ਹਾਲਤ ਵਿੱਚ ਹਸਪਤਾਲ 'ਚ ਦਾਖਲ ਹੈ। ਮੈਂ ਦੱਸਣਾ ਚਾਹਾਂਗਾ ਵੀ ਇਹ ਜਿਸ ਦਿਨ ਦਾ ਇਨਸੀਡੈਂਟ ਹੈਗਾ ਉਸ ਤੋਂ 1 ਦਿਨ ਪਹਿਲਾਂ ਇਹ ਅਕਿਊਜ਼ ਜਿਹੜੇ ਹੈਗੇ ਨੇ ਜਿਹੜੇ ਪ੍ਰਾਪਰਟੀ ਦੇ ਨਾਗਪਾਲ ਹੈਗੇ ਨੇ ਉਹਨੇ ਦਫ਼ਤਰ ਗਏ ਸੀ। ਉੱਥੇ ਉਹਨਾਂ ਦੀ ਆਪਸ ਦੇ ਵਿੱਚ ਉਸ ਦਿਨ ਦੀ ਉਹਨਾਂ ਦੀ ਕੋਸ਼ਿਸ਼ ਸੀ ਪੈਸੇ ਸਨੈਚ ਕਰਨ ਦੀ, ਪਰ ਉਸ ਦਿਨ ਕਰ ਨਾ ਸਕੇ। ਉਹਨਾਂ ਦੀ ਆਪਸ ਕਹਾਸੁਣੀ ਹੋਈ ਹੈ। ਲਗਭਗ 4 ਤੋਂ 5 ਘੰਟੇ ਇਹ ਦਫ਼ਤਰ ਦੇ ਵਿੱਚ ਰਹੇ। ਇਹਨਾਂ ਨੇ ਪੂਰੀ ਰੇਕੀ ਕੀਤੀ ਹੋਈ ਸੀ। ਅਗਲੇ ਦਿਨ ਉਹਨਾਂ ਨੂੰ ਜਦੋਂ ਪਤਾ ਸੀਗਾ ਵੀ ਫਿਰ ਦੁਬਾਰਾ ਸੇਮ ਡੀਲ ਕਰਨ ਦੇ ਬਹਾਨੇ ਉਹਨਾਂ ਕੋਲ ਗਏ, ਇਹਨਾਂ ਪਹਿਲੇ ਤੋਂ ਮਨਸ਼ਾ ਬਣੀ ਹੋਈ ਸੀ ਵੀ ਆਪਾਂ ਪੈਸੇ ਜਿਹੜੇ ਹੈਗੇ ਆ ਉਹਨਾਂ ਤੋਂ ਖੋਣੇ ਆ। ਤੇ ਇਹ ਪੈਸੇ ਜਿਹੜੇ ਹੈਗੇ ਖੋ ਕੇ ਫਿਰ ਉਸ ਤੋਂ ਬਾਅਦ ਭੱਜੇ ਨੇ। ਤੇ ਹੁਣ ਤੱਕ ਦੀ ਤਫਤੀਸ਼ ਦੇ ਵਿੱਚ 5 ਲੋਕਾਂ ਦਾ ਰੋਲ ਸਾਹਮਣੇ ਆਉਂਦਾ, ਜਿਹਨਾਂ ਵਿੱਚ 3 ਅਰੈਸਟ ਹੋ ਚੁੱਕੇ ਨੇ, 2 ਹੋਰ ਲੋਕ ਜਿਹੜੇ ਹੈਗੇ ਨੇ ਇਹਨਾਂ ਦੇ ਆਪਾਂ ਜਲਦੀ ਉਹਨਾਂ ਨੂੰ ਅਰੈਸਟ ਕਰਕੇ ਬਾਕੀ ਰਿਕਵਰੀ ਵੀ ਕੰਪਲੀਟ ਕਰਾਂਗੇ। ਬਿਜਲੀ ਉਤਪਾਦਨ ਦੇ ਨਾਲ ਜੁੜੀ ਹੋਈ ਰਾਹਤ ਭਰੀ ਖਬਰ ਹੈ ਕਿ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ ਰੂਪਨਗਰ ਦੇ 4 ਤੇ 6 ਨੰਬਰ ਯੂਨਿਟ ਮੁੜ ਤੋਂ ਚਾਲੂ ਹੋ ਗਏ ਨੇ। ਕਪੂਰਥਲਾ ਤੋਂ ਖਬਰ ਹੈ, ਜਿੱਥੇ ਡੀਸੀ ਨੇ ਐਕਸੀਅਨ ਦੇ ਵਿਰੁੱਧ ਵਿਭਾਗੀ ਕਾਰਵਾਈ ਦੀ ਸਿਫਾਰਿਸ਼ ਇਸ ਕਰਕੇ ਕੀਤੀ ਹੈ ਕਿਉਂਕਿ ਉਹ ਮੀਟਿੰਗ ਦੇ ਵਿੱਚ ਹਾਜ਼ਰ ਨਹੀਂ ਹੋਇਆ ਸੀ। ਦਰਅਸਲ ਸਮਾਰਟ ਸਿਟੀ ਨਾਲ ਸੰਬੰਧਿਤ ਸੀਵਰੇਜ ਬੋਰਡ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਦੇ ਲਈ ਸੀਐਲਟੀ ਦੀ ਮੀਟਿੰਗ ਡੀਸੀ ਦੀ ਪ੍ਰਧਾਨਗੀ ਹੇਠ ਹੋਣੀ ਸੀ। ਇਸ ਸੰਬੰਧੀ ਕੇਵਲ ਸੀਵਰੇਜ ਬੋਰਡ ਨਾਲ ਸੰਬੰਧਿਤ ਪ੍ਰੋਜੈਕਟਾਂ ਨੂੰ ਹੀ ਵਿਚਾਰਿਆ ਜਾਣਾ ਸੀ, ਪਰ ਸੀਵਰੇਜ ਬੋਰਡ ਦਾ ਐਕਸੀਅਨ ਜਦੋਂ ਮੀਟਿੰਗ ਦੇ ਵਿੱਚੋਂ ਬਿਨਾਂ ਦੱਸੇ ਗੈਰ ਹਾਜ਼ਰ ਰਿਹਾ ਤਾਂ ਡੀਸੀ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਰਾਜ ਸੀਵਰੇਜ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਸੰਬੰਧਿਤ ਅਧਿਕਾਰੀ ਜੀਪੀ ਸਿੰਘ ਦੇ ਵਿਰੁੱਧ ਵਿਭਾਗੀ ਕਾਰਵਾਈ ਦੀ ਸਿਫਾਰਿਸ਼ ਕੀਤੀ ਹੈ, ਕਿਉਂਕਿ ਉਸ ਦੀ ਗੈਰ ਹਾਜ਼ਰੀ ਕਾਰਨ ਮੀਟਿੰਗ ਹੀ ਨਹੀਂ ਹੋ ਸਕੀ। ਸੰਗਰੂਰ ਜ਼ਿਮਨੀ ਲੋਕ ਸਭਾ ਚੋਣ ਨੂੰ ਲੈ ਕੇ ਸਰਗਰਮੀਆਂ ਲਗਾਤਾਰ ਤੇਜ਼ ਹੋ ਰਹੀਆਂ ਨੇ। ਪੰਜਾਬ ਦੇ ਵਿੱਚ ਕਾਂਗਰਸ ਹੁਣ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਨਾਂ ਤੇ ਚੋਣਾਂ ਲੜੇਗੀ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਚੋਣ ਗੀਤ ਰਿਲੀਜ਼ ਕੀਤਾ ਹੈ। ਇਸ ਵਿੱਚ ਮੂਸੇਵਾਲੇ ਦੀ ਮ੍ਰਿਤਕ ਦੇਹ ਤੇ ਕਬਰ ਦੀ ਤਸਵੀਰ ਦਿਖਾਈ ਗਈ ਹੈ। ਗੀਤ ਵਿੱਚ ਕਿਹਾ ਗਿਆ ਹੈ ਕਿ ਜਿਸ ਦੇ ਪੁੱਤ ਨਹੀਂ ਮੁੜਦੇ ਉਸ ਮਾਂ ਨੂੰ ਪੁੱਛੋ ਕਿ ਅਸੀਂ ਅਜਿਹੇ ਬਦਲਾਅ ਤੋਂ ਕੀ ਲੈਣਾ ਹੈ। ਤੇ ਕਾਂਗਰਸ ਦੇ ਇਸ ਕਦਮ ਤੋਂ ਬਾਅਦ ਜ਼ਾਹਿਰ ਤੌਰ ਤੇ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਵੀ ਕਾਂਗਰਸ ਨੂੰ ਕਰਨਾ ਪਏਗਾ ਕਿ ਸਿੱਧੂ ਮੂਸੇਵਾਲੇ ਦੀ ਮੌਤ ਨੂੰ ਸਿਆਸੀ ਤੌਰ ਤੇ ਵਰਤਿਆ ਜਾ ਰਿਹਾ ਹੈ। ਇਸ ਦਰਮਿਆਨ ਪੰਜਾਬ ਦੇ ਵਿੱਚ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ 'ਚ ਅਮਨ ਕਾਨੂੰਨ ਦੇ ਮੁੱਦੇ ਤੇ ਘੇਰ ਵੀ ਰਹੀਆਂ ਨੇ। ਬੀਜੇਪੀ ਨੇ ਪੂਰੇ ਪੰਜਾਬ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਨੇ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਹਾਲ ਗੇਟ ਤੱਕ ਰੋਸ ਮੁਜ਼ਾਹਰਾ ਕੀਤਾ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ
ਕੌਰ ਸੋਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਫੇਲ ਹੋ ਚੁੱਕੀ ਹੈ। ਪੰਜਾਬ ਦੇ ਵਿੱਚ ਸ਼ਰੇਆਮ ਲਾਅ ਐਂਡ ਆਰਡਰ ਦੀਆਂ ਧੱਜੀਆਂ ਉੱਡ ਰਹੀਆਂ ਨੇ। ਅੰਮ੍ਰਿਤਸਰ ਦੇ ਵਿੱਚ ਇੱਕ ਦਿਨ ਪਹਿਲਾਂ ਹੋਏ ਕਤਲ ਦੇ ਮਾਮਲੇ ਤੋਂ ਬਾਅਦ ਫਿਰ ਤੋਂ ਗੋਲੀਬਾਰੀ ਦੀ ਖਬਰ ਸੋਮਵਾਰ ਨੂੰ ਸਾਹਮਣੇ ਆਈ। ਸੋਨੂ ਸਿਲੰਡਰ ਨਾਮ ਦੇ ਸ਼ਖਸ ਨੇ ਗੋਲੀਬਾਰੀ ਕੀਤੀ। ਆਪਸੀ ਰੰਜਿਸ਼ ਦੇ ਵਿੱਚ ਇਹ ਗੋਲੀਬਾਰੀ ਕੀਤੀ ਗਈ। ਹਾਲਾਂਕਿ ਇਸ ਘਟਨਾ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਤੇ ਅੰਮ੍ਰਿਤਸਰ ਦੇ ਵਿੱਚ 2 ਦਿਨਾਂ ਦੇ ਅੰਦਰ ਫਾਇਰਿੰਗ ਦੀ ਇਹ ਤੀਜੀ ਘਟਨਾ ਹੈ। ਇਸਨੇ ਜ਼ਾਹਿਰ ਤੌਰ ਤੇ ਕਾਨੂੰਨ ਵਿਵਸਥਾ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ। ਇੱਕ ਵੱਡੀ ਖਬਰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਤੋਂ ਤੁਹਾਨੂੰ ਦੱਸ ਦਿੰਦੇ ਹਾਂ, ਜਿੱਥੇ ਪੰਚਾਇਤ ਵਿਭਾਗ ਦੇ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਦੀ ਵੱਡੀ ਮੁਹਿੰਮ ਦੇ ਤਹਿਤ ਫਤਿਹਗੜ੍ਹ ਸਾਹਿਬ ਦੇ ਪਿੰਡ ਚਲੇਰੀ ਕਲਾਂ ਦੇ ਵਿੱਚ ਪਿਛਲੇ ਮਹੀਨੇ ਕਬਜ਼ੇ ਤੋਂ ਮੁਕਤ ਜਿਹੜੀ 417 ਏਕੜ ਪੰਚਾਇਤੀ ਜ਼ਮੀਨ ਕਰਵਾਈ ਸੀ, ਉਸ ਤੇ ਪਿੰਡ ਵਾਸੀਆਂ ਨੇ ਮੁੜ ਤੋਂ ਕਬਜ਼ਾ ਕਰ ਲਿਆ। ਕਬਜ਼ਾ ਕਰਨ ਤੋਂ ਬਾਅਦ ਕਿਸਾਨਾਂ ਨੇ ਜ਼ਮੀਨ ਵਾਹੁਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ 31 ਕਿਸਾਨਾਂ ਦੇ ਖਿਲਾਫ ਇੱਥੇ ਕੇਸ ਦਰਜ ਕੀਤਾ ਹੈ, ਜਦਕਿ ਕਿਸਾਨਾਂ ਨੇ ਪ੍ਰਸ਼ਾਸਨ ਤੇ ਜਬਰੀ ਜ਼ਮੀਨ ਹੜੱਪਣ ਦਾ ਦੋਸ਼ ਲਾਇਆ ਹੈ। ਕਿਸਾਨ ਜਥੇਬੰਦੀਆਂ ਨੇ ਵੀ ਇਸ ਮਾਮਲੇ ਨੂੰ ਕਾਨੂੰਨੀ ਚੁਣੌਤੀ ਦੇਣ ਦਾ ਫੈਸਲਾ ਲਿਆ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਉਹਨਾਂ ਦੇ ਪੁਰਖੇ ਇਸ ਜ਼ਮੀਨ ਤੇ 1904 ਤੋਂ ਖੇਤੀ ਕਰਦੇ ਆ ਰਹੇ ਨੇ, ਯਾਨੀ ਕਿ ਵੰਡ ਤੋਂ ਪਹਿਲਾਂ ਤੋਂ। ਕਿਸਾਨਾਂ ਨੇ ਦੱਸਿਆ ਕਿ ਹਾਈ ਕੋਰਟ ਨੇ ਸਰਕਾਰ ਨੂੰ ਜ਼ਮੀਨ ਵਾਪਸ ਲੈਣ ਤੇ ਰੋਕ ਲਾ ਦਿੱਤੀ ਹੈ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਇੱਕ ਕਮੇਟੀ ਦਾ ਗਠਨ ਕਰਕੇ ਕਾਨੂੰਨੀ ਚਾਰਾਜੋਈ ਕਰਨ ਦਾ ਫੈਸਲਾ ਲਿਆ ਹੈ। ਇਸ ਮਸਲੇ ਤੇ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ ਕਿ 31 ਕਿਸਾਨਾਂ ਦੇ ਖਿਲਾਫ ਗਲਤ ਕੇਸ ਦਰਜ ਕੀਤਾ ਗਿਆ। ਖਹਿਰਾ ਨੇ ਕਿਹਾ ਕਿ ਜੋ ਕਿਸਾਨ 100 ਸਾਲਾਂ ਤੋਂ ਆਪਣੀਆਂ ਜ਼ਮੀਨਾਂ ਵਾਹ ਰਹੇ ਨੇ, ਉਹਨਾਂ ਨੂੰ ਜ਼ਮੀਨਾਂ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਹਨਾਂ ਨੇ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਤੁਹਾਡੀ ਸਰਕਾਰ ਤਾਕਤਵਰ ਸਿਆਸਤਦਾਨਾਂ ਖਿਲਾਫ ਕੋਈ ਐਕਸ਼ਨ ਕਿਉਂ ਨਹੀਂ ਲੈਂਦੀ, ਸਿਰਫ ਕਿਸਾਨਾਂ ਦੇ ਖਿਲਾਫ ਹੀ ਐਕਸ਼ਨ ਕਿਉਂ ਲਿਆ ਜਾਂਦਾ ਹੈ। ਸੋਮਵਾਰ ਨੂੰ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੈਸ਼ਨਲ ਹੈਰਾਲਡ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਮੂਹਰੇ ਪੇਸ਼ ਹੋਏ। ਇਸ ਮੌਕੇ ਰਾਹੁਲ ਨੂੰ ਸਮਰਥਨ ਦੇਣ ਲਈ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਸਮੇਤ ਕਾਂਗਰਸ ਦੇ ਕਈ ਸੀਨੀਅਰ ਲੀਡਰ ਤੇ ਵੱਡੀ ਗਿਣਤੀ ਵਿੱਚ ਵਰਕਰ ਈਡੀ ਦਫ਼ਤਰ ਪਹੁੰਚੇ। ਰਾਹੁਲ ਗਾਂਧੀ ਈਡੀ ਦਫ਼ਤਰ ਜਾਣ ਸਮੇਂ ਕਾਂਗਰਸ ਦਫ਼ਤਰ ਤੋਂ ਕੁਝ ਦੂਰੀ ਤੱਕ ਪੈਦਲ ਚੱਲ ਕੇ ਗਏ। ਪੁਲਿਸ ਨੇ ਇਸ ਦੌਰਾਨ ਕਾਂਗਰਸੀ ਲੀਡਰਾਂ ਤੇ ਵਰਕਰਾਂ ਨੂੰ ਰੋਕ ਦਿੱਤਾ। ਰਾਹੁਲ ਦਾ ਕਾਫਲਾ ਸਵੇਰੇ 11 ਵਜੇ ਦੇ ਕਰੀਬ ਈਡੀ ਦਫ਼ਤਰ ਪਹੁੰਚਿਆ। ਇਸ ਤੋਂ ਪਹਿਲਾਂ ਪਾਰਟੀ ਵੱਲੋਂ ਐਲਾਨੇ ਮਾਰਚ ਦੇ ਮੱਦੇਨਜ਼ਰ ਪੁਲਿਸ ਨੇ ਕਈ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਤੇ ਪਾਰਟੀ ਦਫ਼ਤਰ ਦੇ ਆਲੇ-ਦੁਆਲੇ ਧਾਰਾ 144 ਲਾਗੂ ਕਰ ਦਿੱਤੀ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਈਡੀ ਨੂੰ ਬੀਜੇਪੀ ਦਾ ਚੋਣ ਮੈਨੇਜਮੈਂਟ ਵਿਭਾਗ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਨੇ ਕਾਂਗਰਸ ਦੇ ਸੱਤਿਆਗ੍ਰਹਿ ਨੂੰ ਰੋਕਣ ਲਈ ਨਵੀਂ ਦਿੱਲੀ ਇਲਾਕੇ ਵਿੱਚ ਅਣ-ਐਲਾਨੀ ਐਮਰਜੈਂਸੀ ਲਾ ਦਿੱਤੀ ਹੈ। ਕਾਂਗਰਸ ਨੇ ਰਾਹੁਲ ਗਾਂਧੀ ਦੀ ਪੇਸ਼ੀ ਦੇ ਮੱਦੇਨਜ਼ਰ ਪੂਰੇ ਮੁਲਕ ਦੇ ਵਿੱਚ ਈਡੀ ਦਫ਼ਤਰਾਂ ਦੇ ਬਾਹਰ ਸੱਤਿਆਗ੍ਰਹਿ ਕਰਨ ਦਾ ਫੈਸਲਾ ਲਿਆ ਸੀ। ਦਿੱਲੀ ਵਿੱਚ ਵੱਡੇ ਪੱਧਰ ਤੇ ਪ੍ਰਦਰਸ਼ਨ ਦੀ ਤਿਆਰੀ ਵਿੱਢੀ ਸੀ ਤੇ ਦਿੱਲੀ ਦੇ ਵਿੱਚ ਕਾਂਗਰਸ ਦੇ ਵੱਲੋਂ ਕੀਤੇ ਗਏ ਪ੍ਰਦਰਸ਼ਨ ਤੋਂ ਬਾਅਦ ਜਦੋਂ ਪੁਲਿਸ ਨੇ ਕਈ ਲੀਡਰਾਂ ਨੂੰ ਵਰਕਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਤਾਂ ਪ੍ਰਿਯੰਕਾ ਗਾਂਧੀ ਨੇ ਥਾਣੇ ਪਹੁੰਚ ਕੇ ਇਹਨਾਂ ਸਭ ਦਾ ਹਾਲ ਚਾਲ ਪੁੱਛਿਆ। ਪੁਲਿਸ ਨੇ ਅਸ਼ੋਕ ਗਹਿਲੋਤ, ਕੇਸੀ ਵੇਣੂ ਗੋਪਾਲ, ਰਣਦੀਪ ਸੁਰਜੇਵਾਲਾ, ਸੀਨੀਅਰ ਲੀਡਰ ਹਰੀਸ਼ ਰਾਵਤ, ਜੈਰਾਮ ਰਮੇਸ਼ ਸਮੇਤ ਕਈ ਹੋਰ ਲੀਡਰਾਂ ਨੂੰ ਹਿਰਾਸਤ ਵਿੱਚ ਲਿਆ ਤੇ ਪ੍ਰਿਯੰਕਾ ਗਾਂਧੀ ਨੇ ਤੁਗਲਕ ਰੋਡ ਥਾਣੇ ਪਹੁੰਚ ਕੇ ਹਿਰਾਸਤ ਵਿੱਚ ਲਏ ਆਗੂਆਂ ਤੇ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ ਤੇ ਕਾਂਗਰਸ ਦੇ ਵੱਲੋਂ ਮਿੱਥੇ ਗਏ ਪ੍ਰੋਗਰਾਮ ਦੇ ਤਹਿਤ ਹੀ ਜਲੰਧਰ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਕਾਂਗਰਸੀ ਲੀਡਰਾਂ ਤੇ ਵਰਕਰਾਂ ਨੇ ਈਡੀ ਦਫ਼ਤਰ ਮੂਹਰੇ ਧਰਨਾ ਲਾਇਆ। ਇਹ ਧਰਨਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਈਡੀ ਵੱਲੋਂ ਤਲਬ ਕਰਨ ਦੇ ਵਿਰੋਧ ਵਿੱਚ ਲਾਇਆ ਗਿਆ। ਧਰਨੇ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਪੁਲਿਸ ਨੇ ਧਰਨੇ ਵਾਲੀ ਥਾਂ ਨੂੰ ਸਾਰੇ ਪਾਸਿਆਂ ਤੋਂ ਘੇਰਿਆ ਹੋਇਆ ਸੀ। ਇਸ ਧਰਨੇ ਦੇ ਵਿੱਚ ਐਮਐਲਏ ਸੁਖਪਾਲ ਖਹਿਰਾ ਵੀ ਪਹੁੰਚੇ ਹੋਏ ਸਨ। ਸੁਖਪਾਲ ਖਹਿਰਾ ਨੇ ਕੇਂਦਰੀ ਏਜੰਸੀਆਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਤੇ ਸਰਕਾਰ ਦੇ ਬਦਲਾ ਲਊ ਵਿੰਗ ਬਣ ਕੇ ਕੰਮ ਕਰਨ ਦਾ ਦੋਸ਼ ਲਾਇਆ। ਖਹਿਰਾ ਨੇ ਕਿਹਾ ਕਿ ਸੀਬੀਆਈ ਤੇ ਈਡੀ ਸਮੇਤ ਹੋਰ ਸਾਰੀਆਂ ਏਜੰਸੀਆਂ ਵਿਰੋਧੀ ਧਿਰ ਦੇ ਲੀਡਰਾਂ ਨੂੰ ਤੰਗ ਪਰੇਸ਼ਾਨ ਕਰਨ ਦਾ ਅੱਡਾ ਬਣ ਗਈਆਂ ਨੇ। ਏਸ਼ੀਆਈ ਖੇਡਾਂ ਦੇ ਦੋਹਰੇ ਸੋਨ ਤਗਮਾ ਜੇਤੂ ਤੇ ਓਲੰਪੀਅਨ ਹਰੀਚੰਦ ਦਾ ਸੋਮਵਾਰ ਸਵੇਰੇ 69 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ। 1 ਅਪ੍ਰੈਲ 1953 ਨੂੰ ਪੈਦਾ ਹੋਏ ਲੰਬੀ ਦੂਰੀ ਦੇ ਸਾਬਕਾ ਦੌੜਾਕ ਹੁਸ਼ਿਆਰਪੁਰ ਦੇ ਪਿੰਡ ਘੋੜੇਵਾਹ ਦੇ ਰਹਿਣ ਵਾਲੇ ਸਨ। ਚੰਦ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਮਹਾਨ ਲੰਬੀ ਦੂਰੀ ਦੇ ਦੌੜਾਕਾਂ ਦੇ ਵਿੱਚੋਂ ਇੱਕ ਸਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਉਹਨਾਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਭਾਰਤੀ ਐਥਲੈਟਿਕਸ ਦੀ ਸ਼ਾਨ ਰਹੇ ਹਰੀਚੰਦ ਆਪਣੀ ਖੇਡ ਲਈ ਹਮੇਸ਼ਾ ਯਾਦ ਕੀਤੇ ਜਾਣਗੇ, ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕਰਨਗੇ। ਹਰੀਚੰਦ ਨੇ 2 ਓਲੰਪਿਕ ਖੇਡਾਂ ਦੇ ਵਿੱਚ ਹਿੱਸਾ ਲਿਆ। ਮੌਂਟਰੀਅਲ ਦੇ ਵਿੱਚ 1976 ਦੇ ਸਮਰ ਓਲੰਪਿਕਸ ਦੇ ਵਿੱਚ ਉਹ 8ਵੇਂ ਸਥਾਨ ਤੇ ਆਏ ਸਨ, ਜੋ ਕਿ ਇੱਕ ਕੌਮੀ ਰਿਕਾਰਡ ਸੀ ਜੋ 32 ਸਾਲਾਂ ਤੱਕ ਕਾਇਮ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਫੋਰਟਿਸ ਹਸਪਤਾਲ ਮੋਹਾਲੀ ਨੇ ਬਿਆਨ ਜਾਰੀ ਕੀਤਾ ਹੈ। ਹਸਪਤਾਲ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਪਰ ਬਾਦਲ ਦੀ ਸਿਹਤ ਸਥਿਰ ਹੈ, ਛੇਤੀ ਛੁੱਟੀ ਮਿਲ ਜਾਊਗੀ। ਇਸ ਦਰਮਿਆਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਫੋਰਟਿਸ ਹਸਪਤਾਲ ਦੇ ਵਿੱਚ ਜਾ ਕੇ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਕੋਰੋਨਾ ਵਾਇਰਸ ਦਾ ਰੌਲਾ ਹਾਲੇ ਮੁੱਕਿਆ
ਨਹੀਂ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਕਰੋਨਾ ਨੂੰ ਲੈ ਕੇ ਚੰਡੀਗੜ੍ਹੀਆਂ ਦੇ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਨੇ। ਚੰਡੀਗੜ੍ਹ ਦੇ ਵਿੱਚ ਕਹਿੰਦੇ ਕਰੋਨਾ ਦੇ ਕੇਸ ਵਧਣ ਲੱਗੇ ਨੇ ਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਦੂਰੀ ਬਣਾ ਕੇ ਰੱਖਣ ਦੀ ਨਸੀਹਤ ਦਿੱਤੀ ਹੈ। ਜਨਤਕ ਥਾਵਾਂ ਤੇ ਮਾਸਕ ਪਾ ਕੇ ਰੱਖਣ ਲਈ ਕਿਹਾ ਹੈ। ਛਿੱਕਣ ਵੇਲੇ ਆਪਣੇ ਨੱਕ ਤੇ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਨਾਲ ਢੱਕਣ, ਖੰਘਣ ਵੇਲੇ ਵਰਤੋਂ ਕੀਤੇ ਟਿਸ਼ੂਆਂ ਨੂੰ ਵਰਤੋਂ ਤੋਂ ਤੁਰੰਤ ਬਾਅਦ ਬੰਦ ਡੱਬਿਆਂ ਦੇ ਵਿੱਚ ਸੁੱਟਣ ਦੀ ਹਦਾਇਤ ਦਿੱਤੀ ਹੈ। ਭੀੜ ਵਾਲੀਆਂ ਤੇ ਬੰਦ ਵਾਤਾਵਰਣ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ। ਜਨਤਕ ਥਾਵਾਂ ਤੇ ਸਮਾਜਿਕ ਦੂਰੀ ਘੱਟੋ-ਘੱਟ 1 ਮੀਟਰ ਬਣਾਏ ਰੱਖਣ ਲਈ ਕਿਹਾ ਗਿਆ ਹੈ। ਵਾਰ-ਵਾਰ ਸਾਬਣ ਤੇ ਪਾਣੀ ਨਾਲ ਹੱਥ ਧੋਣ ਲਈ ਕਿਹਾ ਗਿਆ ਹੈ। ਸੈਨੀਟਾਈਜ਼ਰ ਦੀ ਵਰਤੋਂ ਕਰਨ ਲਈ ਵੀ ਕਿਹਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਬੇਲੋੜੀ ਯਾਤਰਾ ਕਰਨ ਤੋਂ ਵੀ ਪਰਹੇਜ਼ ਰੱਖਣ ਲਈ ਕਿਹਾ ਹੈ। ਚੰਡੀਗੜ੍ਹ ਦੇ ਲੋਕਾਂ ਦੇ ਲਈ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਹੈ ਕਿ ਜੇ ਉਹਨਾਂ ਦੇ ਵਿੱਚ ਕਰੋਨਾ ਦੇ ਲੱਛਣ ਪਾਏ ਜਾਣ ਤਾਂ ਉਹ ਕੋਵਿਡ ਹੈਲਪਲਾਈਨ ਨੰਬਰ 1075 ਜਾਂ ਫਿਰ 97795 58282 ਤੇ ਫੋਨ ਕਰ ਸਕਦੇ ਨੇ। ਬਠਿੰਡਾ ਤੋਂ ਖਬਰ ਹੈ ਜਿੱਥੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਸੋਮਵਾਰ ਨੂੰ ਲੋਕ ਮੋਰਚਾ ਪੰਜਾਬ ਦੇ ਮੈਂਬਰਾਂ ਨੇ ਰੋਸ ਮੁਜ਼ਾਹਰਾ ਕੀਤਾ। ਮੰਗ ਕੀਤੀ ਕਿ ਪਾਣੀ ਦੀ ਸਮੱਸਿਆ ਦਾ ਨਿਪਟਾਰਾ ਛੇਤੀ ਕੀਤਾ ਜਾਵੇ। ਇਸ ਰੋਸ ਪ੍ਰਦਰਸ਼ਨ ਦੇ ਵਿੱਚ ਔਰਤਾਂ ਨੇ ਵੀ ਹਿੱਸਾ ਲਿਆ ਅਤੇ ਨਵੀਂ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਨਫ਼ਰਤ ਫੈਲਾਉਣ ਵਾਲੇ ਬੀਜੇਪੀ ਦੇ 2 ਲੀਡਰਾਂ ਦੇ ਵੱਲੋਂ ਪੈਗੰਬਰ ਮੁਹੰਮਦ ਸਾਹਿਬ ਦੇ ਖਿਲਾਫ ਕੀਤੀ ਅਪਮਾਨਜਨਕ ਟਿੱਪਣੀ ਦਾ ਮਸਲਾ ਹਾਲੇ ਥੰਮਦਾ ਦਿਖਾਈ ਨਹੀਂ ਦੇ ਰਿਹਾ। ਭਾਰਤ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਹਾਲੇ ਵੀ ਰੋਸ ਮੁਜ਼ਾਹਰੇ ਲਗਾਤਾਰ ਜਾਰੀ ਨੇ। ਇਸ ਦਾ ਖਮਿਆਜ਼ਾ ਭਾਰਤ ਸਮੇਤ ਭਾਰਤੀਆਂ ਨੂੰ ਵੀ ਭੁਗਤਣਾ ਪੈ ਰਿਹਾ ਹੈ ਜਿਹੜੇ ਕਿ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ। ਬੀਜੇਪੀ ਦੇ ਵਿੱਚੋਂ ਸਸਪੈਂਡ ਕੀਤੀ ਨੂਪੁਰ ਸ਼ਰਮਾ ਨੇ ਪੈਗੰਬਰ ਮੁਹੰਮਦ ਖਿਲਾਫ ਕੀਤੀ ਕਥਿਤ ਇਤਰਾਜ਼ਯੋਗ ਟਿੱਪਣੀ ਮਾਮਲੇ ਦੇ ਵਿੱਚ ਮਹਾਰਾਸ਼ਟਰ ਵਿੱਚ ਭਵੰਡੀ ਪੁਲਿਸ ਦੇ ਸਾਹਮਣੇ ਪੇਸ਼ ਹੋਣ ਦੇ ਲਈ ਹੋਰ ਸਮਾਂ ਮੰਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਬਿਆਨ ਦਰਜ ਕਰਵਾਉਣ ਲਈ ਥਾਣੇ ਸੱਦਿਆ ਗਿਆ ਸੀ, ਪਰ ਹੁਣ ਨੂਪੁਰ ਨੂੰ ਹੋਰ ਸਮਾਂ ਦੇ ਦਿੱਤਾ ਗਿਆ ਹੈ। 15 ਜੂਨ ਨੂੰ ਉਹਨੂੰ ਆਪਣਾ ਬਿਆਨ ਦਰਜ ਕਰਾਉਣ ਲਈ ਕਿਹਾ ਗਿਆ, ਯਾਨੀ ਕਿ 1 ਦਿਨ ਦਾ ਸਮਾਂ ਮਿਲ ਗਿਆ। ਬੁੱਧਵਾਰ ਨੂੰ ਉਹਨੂੰ ਜਾਣਾ ਹੀ ਪਊਗਾ। ਇਸੇ ਮਾਮਲੇ ਦੇ ਵਿੱਚ ਪੱਛਮੀ ਬੰਗਾਲ ਵਿੱਚ ਹੋਏ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੀ NIA ਤੋਂ ਜਾਂਚ ਕਰਵਾਉਣ ਤੇ ਸਥਿਤੀ ਕੰਟਰੋਲ ਕਰਨ ਦੇ ਲਈ ਫੌਜ ਦੀ ਤੈਨਾਤੀ ਦੀ ਅਪੀਲ ਵਾਲੀਆਂ 2 ਪਟੀਸ਼ਨਾਂ ਸੋਮਵਾਰ ਨੂੰ ਕੋਲਕਾਤਾ ਹਾਈ ਕੋਰਟ ਦੇ ਵਿੱਚ ਦਾਖਲ ਹੋਈਆਂ। ਚੀਫ ਜਸਟਿਸ ਪ੍ਰਕਾਸ਼ ਸ਼੍ਰੀਵਾਸਤਵ ਦੀ ਅਗਵਾਈ ਵਾਲੇ ਬੈਂਚ ਨੇ ਹਿੰਸਾ ਦੇ ਕੌਮੀ ਅਖੰਡਤਾ ਨੂੰ ਪ੍ਰਭਾਵਿਤ ਕਰਨ ਦਾ ਦਾਅਵਾ ਕਰਦਿਆਂ ਮਾਮਲੇ ਦੀ NIA ਵੱਲੋਂ ਜਾਂਚ ਕਰਾਉਣ ਤੇ ਹਿੰਸਾ ਨੂੰ ਕੰਟਰੋਲ ਕਰਨ ਦੇ ਲਈ ਫੌਜ ਤੈਨਾਤ ਕਰਨ ਦੀ ਮੰਗ ਵਾਲੀਆਂ ਪਟੀਸ਼ਨਾਂ ਤੇ ਸੁਣਵਾਈ ਕੀਤੀ। ਸੂਬਾ ਸਰਕਾਰ ਨੇ ਇਹਨਾਂ ਪਟੀਸ਼ਨਾਂ ਦਾ ਵਿਰੋਧ ਕਰਦਿਆਂ ਦਾਅਵਾ ਕੀਤਾ ਕਿ ਨਾਦੀਆ ਜ਼ਿਲ੍ਹੇ ਦੇ ਬੇਂਥੂ ਦਾਵਰੀ ਦੇ ਵਿੱਚ ਇੱਕ ਰੇਲ ਗੱਡੀ ਦੇ ਨੁਕਸਾਨੇ ਜਾਣ ਦੀ ਘਟਨਾ ਤੋਂ ਇਲਾਵਾ ਬੀਤੇ 36 ਘੰਟਿਆਂ ਦੇ ਵਿੱਚ ਇੱਥੇ ਕੋਈ ਹਿੰਸਾ ਨਹੀਂ ਹੋਈ। ਅਮਰੀਕਾ ਤੋਂ ਇੱਕ ਚੰਗੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ, ਜਿੱਥੇ ਵਾਧੀਆਂ ਕੀਮਤਾਂ ਦੇ ਵਿਚਾਲੇ ਇੱਕ ਸਿੱਖ ਵਿਅਕਤੀ ਜੋ ਕਿ ਗੈਸ ਸਟੇਸ਼ਨ ਦਾ ਮਾਲਕ ਹੈ, ਉਹ ਆਪਣੇ ਗਾਹਕਾਂ ਨੂੰ ਘੱਟ ਕੀਮਤ ਤੇ ਤੇਲ ਵੇਚ ਰਿਹਾ ਹੈ। ਜਸਵਿੰਦਰ ਸਿੰਘ ਇਹਨਾਂ ਦਾ ਨਾਮ ਹੈ। ਇਹਨਾਂ ਨੇ ਦੱਸਿਆ ਕਿ ਉਹ ਲਗਭਗ 3785 ਲੀਟਰ ਗੈਸ ਵੇਚ ਕੇ ਲਗਭਗ $500 ਪ੍ਰਤੀ ਦਿਨ ਦਾ ਨੁਕਸਾਨ ਚੱਲ ਰਿਹਾ ਹੈ। CNN ਦੀ ਰਿਪੋਰਟ ਦੇ ਮੁਤਾਬਿਕ ਜਸਵਿੰਦਰ ਸਿੰਘ ਆਪਣੇ ਗਾਹਕਾਂ ਨੂੰ ਰਾਹਤ ਦੇਣ ਦੇ ਲਈ ਘੱਟ ਕੀਮਤ ਤੇ ਤੇਲ ਵੇਚ ਰਿਹਾ ਹੈ। ਉਹ ਕਹਿੰਦਾ ਕਿ ਲੋਕਾਂ ਕੋਲ ਹਾਲ ਦੀ ਘੜੀ ਪੈਸੇ ਨਹੀਂ ਹਨ। ਉਸਦੇ ਮਾਪਿਆਂ ਨੇ ਉਸਨੂੰ ਸਿਖਾਇਆ ਕਿ ਜੇਕਰ ਉਸਦੇ ਕੋਲ ਕੁਝ ਹੈ ਤਾਂ ਲੋਕਾਂ ਦੀ ਮਦਦ ਕਰੋ। ਜਸਵਿੰਦਰ ਸਿੰਘ ਮੁਤਾਬਿਕ ਮਹਿੰਗਾਈ ਦੇ ਵਾਧੇ ਦੌਰ ਦੇ ਵਿੱਚ ਉਹ ਲੋੜਵੰਦ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹੈ ਤੇ ਅਜਿਹਾ ਕਰਕੇ ਉਸਨੂੰ ਬਹੁਤ ਖੁਸ਼ੀ ਮਿਲਦੀ ਹੈ। ਜਸਵਿੰਦਰ ਸਿੰਘ ਸਿਰਫ ਸਸਤਾ ਤੇਲ ਹੀ ਨਹੀਂ ਵੇਚ ਰਿਹਾ ਬਲਕਿ ਆਪਣੀ ਪਤਨੀ ਸਮੇਤ ਓਵਰਟਾਈਮ ਵੀ ਕਰ ਰਿਹਾ ਹੈ। ਦੋਵੇਂ ਪਤੀ ਪਤਨੀ ਕਹਿੰਦੇ ਨੇ ਕਿ ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਰੱਬ ਨੇ ਸਾਨੂੰ ਮਦਦ ਕਰਨ ਦਾ ਮੌਕਾ ਦਿੱਤਾ ਹੈ। ਟਵਿੱਟਰ ਤੇ ਲੋਕ ਜਸਵਿੰਦਰ ਸਿੰਘ ਦੀ ਖੂਬ ਸ਼ਲਾਘਾ ਕਰ ਰਹੇ ਨੇ। ਟਵਿੱਟਰ ਤੇ ਇੱਕ ਜਣੇ ਨੇ ਲਿਖਿਆ ਹੈ, ਕੁਝ ਹੀਰੋ ਪੱਗ ਬੰਨਦੇ ਨੇ। ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।